Hello everyone, welcome to Raj Mehta's IS Academy। PCS ਦੀ ਕਰੰਟ ਅਫੇਅਰਸ ਦੀ ਅੱਜ ਸਾਡੀ 8ਵੀਂ ਕਲਾਸ ਹੈ ਤੇ ਇਹਦੇ ਵਿੱਚ ਅੱਜ ਆਪਾਂ 11 ਲੈਕਚਰਸ ਹੈ ਜਿਹੜੇ ਉਹ ਕਵਰ ਕਰਾਂਗੇ, ਜਿਹਦੇ ਵਿੱਚ ਪਹਿਲਾ ਟੌਪਿਕ ਹੈ ਸਾਡੇ ਕੋਲ ਇੰਡੀਆ ਰਿਪੋਰਟ ਔਨ ਡਿਜੀਟਲ ਐਜੂਕੇਸ਼ਨ 2020। ਤੇ ਹੁਣ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਜਿਹਦੇ ਕਾਰਨ ਕਿ ਲੋਕਡਾਊਨ ਹੈ, ਕੁਆਰੰਟਾਈਨ ਕੀਤਾ ਜਾ ਰਿਹਾ ਲੋਕਾਂ ਨੂੰ ਤੇ ਜਿਹੜੇ ਸਕੂਲਸ ਹੈ, ਕੋਚਿੰਗ ਸੈਂਟਰਸ ਸਭ ਕੁਝ ਬੰਦ ਹੈ। ठीक है, लेकिन ਜਿਹੜੀ ਗਵਰਨਮੈਂਟ ਹੈ ਉਹ ਇਸ ਟਾਈਮ ਤੇ ਇਹ ਚਾਹੁੰਦੀ ਹੈ ਕਿ ਕਿਸੇ ਵੀ ਤਰੀਕੇ ਨਾਲ ਬੱਚੇ ਨੇ ਜਿਹੜੇ ਉਹ ਐਜੂਕੇਸ਼ਨ ਜਿਹੜੀ ਹੈ ਉਹਨਾਂ ਨੂੰ ਤਾਂ ਵੀ ਮਿਲਦੀ ਰਹੇ। ਠੀਕ ਹੈ, ਤੇ ਜਿਹੜੇ ਸਾਡੇ ਯੂਨੀਅਨ ਮਿਨਿਸਟਰ ਆਫ HRD ਨੇ ਸ਼੍ਰੀ ਰਮੇਸ਼ ਪੋਖਰੀਆਲ ਨਿਸ਼ਾਂਕ, ਉਹਨਾਂ ਨੇ ਇੱਕ ਡਿਜੀਟਲ ਐਜੂਕੇਸ਼ਨ ਤੇ ਰਿਪੋਰਟ ਲਾਂਚ ਕੀਤੀ ਹੈ। ਠੀਕ ਹੈ, ਇੰਡੀਆ ਰਿਪੋਰਟ ਡਿਜੀਟਲ ਐਜੂਕੇਸ਼ਨ 2020 ਲਾਂਚ ਕੀਤੀ ਹੈ। ਠੀਕ ਹੈ, ਇਹਨੂੰ ਪ੍ਰਿਪੇਅਰ ਕਿਹਨੇ ਕੀਤਾ ਹੈ? ਡਿਜੀਟਲ ਐਜੂਕੇਸ਼ਨ ਡਿਵੀਜ਼ਨ ਆਫ ਮਿਨਿਸਟਰੀ ਆਫ HRD in consultation with the education department of states and UTs। ਜਿੰਨੀਆਂ ਵੀ ਸਾਡੇ ਕੋਲ states ਨੇ UTs ਨੇ ਉਹਨਾਂ ਨੇ ਹੈਲਪ ਕੀਤੀ ਹੈ, ਉਹਨਾਂ ਦੇ ਨਾਲ ਕੰਸਲਟੇਸ਼ਨ ਕਰਕੇ MHRD ਨੇ ਇਹ ਰਿਪੋਰਟ ਜਿਹੜੀ ਹੈ ਇਹ ਬਣਾਈ ਹੈ। ਇਹ ਸਾਨੂੰ ਇਹ ਅੰਡਰਸਟੈਂਡ ਕਰਨ ਵਿੱਚ ਹੈਲਪ ਕਰੇਗੀ ਕਿ ਇਸ ਟਾਈਮ ਤੇ ਕਿੱਦਾਂ ਅਸੀਂ ਬੱਚਿਆਂ ਨੂੰ ਰਿਮੋਟ ਲਰਨਿੰਗ ਤੇ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ, ਕਿਵੇਂ ਸਾਡੇ ਕੋਲ ਅਲੱਗ-ਅਲੱਗ ਇਨੀਸ਼ੀਏਟਿਵਸ ਨੇ ਜਿਹੜੇ ਕਿ ਸਕੂਲ ਸਟੂਡੈਂਟਸ ਲਈ ਲਏ ਗਏ ਨੇ ਬਾਈ ਦੀ ਸਟੇਟ ਗਵਰਨਮੈਂਟਸ। ਠੀਕ ਹੈ, ਹੁਣ ਨੋਰਮਲੀ क्या यूज किया जा रहा है अकॉर्डिंग टू दिस रिपोर्ट, ਆਪਾਂ WhatsApp ग्रुप्स यूज कर रहे हैं। ज़्यादातर स्कूल इस टाइम की कर रहे हैं, हर कोई ਜਿਹੜਾ है दे आर नॉट टेकिंग ऑनलाइन क्लासेस। WhatsApp ग्रुप्स ਤੇ ਜਿਹੜੇ ਨੇ ਟੀਚਰਸ ਆਡੀਓ ਰਿਕਾਰਡ ਕਰਕੇ ਪਾ ਰਹੇ ਨੇ, ਉੱਥੇ ਹੀ ਬੱਚਾ ਤੋਂ ਜਿਹੜੇ ਨੇ ਡਾਊਟਸ ਲੈ ਰਹੇ ਆ। ਇਸੇ ਤਰੀਕੇ ਨਾਲ YouTube ਚੈਨਲ ਤੇ ਪੋਸਟ ਕਰ ਰਹੇ ਆ ਆਪਾਂ ਜਿਹੜੀਆਂ ਵੀ ਕਲਾਸਿਸ ਨੇ। Google Meet ਹੈ, Skype ਹੈ, ਇਸੇ ਤਰੀਕੇ ਨਾਲ ਸਾਡੇ ਕੋਲ ਅਲੱਗ-ਅਲੱਗ ਜਿਹੜੇ ਨੇ ਉਹ ਸੌਫਟਵੇਅਰ ਯੂਜ਼ ਕੀਤੇ ਜਾ ਰਹੇ ਨੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ। ਜਿਹੜੀ ਗਵਰਨਮੈਂਟ ਹੈ ਉਹਦਾ ਈ-ਲਰਨਿੰਗ ਪੋਰਟਲ ਹੈ, ਦੂਰਦਰਸ਼ਨ ਤੇ ਰੀਜਨਲ ਚੈਨਲਸ ਨੇ ਜਿਨ੍ਹਾਂ ਤੇ ਉਹਦੇ ਦੁਆਰਾ ਬੱਚਿਆਂ ਨੂੰ ਐਜੂਕੇਟ ਕੀਤਾ ਜਾ ਰਿਹਾ ਹੈ। ਰੇਡੀਓ ਜਿਹੜਾ ਆਲ ਇੰਡੀਆ ਰੇਡੀਓ, ਉਹਦੇ ਥਰੂ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ। ਠੀਕ ਹੈ, ਤੇ ਇਹ ਜਿਹੜੇ ਦੀਕਸ਼ਾ ਪੋਰਟਲ ਹੈ ਇਹ ਅਲੱਗ-ਅਲੱਗ ਚੀਜ਼ਾਂ ਨੇ ਸਪੈਸ਼ਲੀ ਜਿਹੜੀ ਗਵਰਨਮੈਂਟ ਦੁਆਰਾ ਪ੍ਰੋਵਾਈਡ ਕੀਤੇ ਜਾ ਰਹੇ ਨੇ, ਜਿਹੜੀ ਕਿ ਚੋਇਸ ਨੇ ਬਾਈ ਦੀ ਸਟੇਕ ਹੋਲਡਰਸ ਐਜੂਕੇਸ਼ਨ ਪ੍ਰਾਪਤ ਕਰਨ ਲਈ। ਇਹ ਜਿਹੜਾ ਟਾਈਮ ਚੱਲ ਰਿਹਾ ਕੋਰੋਨਾ ਦਾ, ਹੁਣ ਅਲੱਗ-ਅਲੱਗ ਸਟੇਟਸ ਨੇ ਅਲੱਗ-ਅਲੱਗ ਜਿਹੜੇ ਇਨੀਸ਼ੀਏਟਿਵਸ ਨੇ ਉਹ ਲਾਂਚ ਕੀਤੇ ਨੇ, ਲੇਕਿਨ ਸਾਡੇ ਲਈ ਕਿਹੜਾ ਇੰਪੋਰਟੈਂਟ ਹੈ? ਸਾਡੇ ਲਈ ਇੰਪੋਰਟੈਂਟ ਹੈ ਕਿ ਪੰਜਾਬ ਨੇ ਕੀ ਕੀਤਾ ਹੈ ਇਸ ਟਾਈਮ ਤੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ। ਤੇ ਆਈਸਕੁਏਲਾ ਲਰਨ ਮੋਬਾਈਲ ਐਪਲੀਕੇਸ਼ਨ ਹੈ, ਇਹ ਪੰਜਾਬ ਨੇ ਲਾਂਚ ਕੀਤੀ ਹੈ ਕਲਾਸ 1 ਤੋਂ ਲੈ ਕੇ ਕਲਾਸ 10th ਤੱਕ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ। ਡਿਜੀਟਲ ਜਿਹੜਾ ਹੈ ਇਹ ਤਰੀਕਾ ਯੂਜ਼ ਕਰਕੇ ਗਵਰਨਮੈਂਟ ਨੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰੀਕੇ ਨਾਲ ਕੁਝ ਸਟੇਟਸ ਨੇ ਟੈਕਸਟ ਬੁੱਕਸ ਜਿਹੜੀਆਂ ਨੇ ਬੱਚਿਆਂ ਦੇ ਘਰ ਘਰ ਜਾ ਕੇ ਪਹੁੰਚਾਈਆਂ ਨੇ, ਕੁਝ ਨੇ ਟੈਬਲੇਟਸ ਪਹੁੰਚਾਏ ਨੇ, ਤੁਹਾਨੂੰ ਕਈਆਂ ਨੇ ਲੈਪਟਾਪ ਵੀ ਡਿਸਟ੍ਰੀਬਿਊਟ ਕੀਤੇ ਨੇ। ਤੇ ਅਲੱਗ-ਅਲੱਗ ਤਰੀਕੇ ਨੇ ਜਿਨ੍ਹਾਂ ਦੇ ਥਰੂ डिजिटल एजुकेशन जो है गवर्नमेंट प्रोवाइड करने की पूरी कोशिश कर रही है। स्पेशली ਜਿਹੜੇ ਬੱਚੇ ਰਿਮੋਟ ਏਰੀਆਸ 'ਚ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਉਹ ਵਾਂਝੇ ਨਾ ਰਹਿ ਜਾਣ ਐਜੂਕੇਸ਼ਨ ਤੋਂ, ਉਹਨਾਂ ਦੇ ਲਈ ਅਲੱਗ-ਅਲੱਗ ਇਨੀਸ਼ੀਏਟਿਵਸ ਹੈ। ਇਸੇ ਦੇ ਨਾਲ ਰਿਲੇਟਡ ਹੈ ਕਿ ਹੁਣ ਜਿਹੜੀ ਗਵਰਨਮੈਂਟ ਹੈ ਉਹਨੇ ਇਹ ਰਿਪੋਰਟ ਆਉਣ ਤੋਂ 15 ਦਿਨ ਪਹਿਲਾਂ ਇੱਕ ਗਾਈਡਲਾਈਨਸ ਰਿਲੀਜ਼ ਕਰਨ ਦੀ ਗੱਲ ਕੀਤੀ। ਪ੍ਰਗਯਤਾ ਜਿਹੜੀ ਹੈ ਡਿਜੀਟਲ ਐਜੂਕੇਸ਼ਨ ਨੂੰ ਲੈ ਕੇ ਸਾਡੀਆਂ ਗਾਈਡਲਾਈਨਸ ਹੈ। ਠੀਕ ਹੈ, ਤੇ ਪ੍ਰਗਯਤਾ ਕਿਹਦੇ ਨਾਲ ਰਿਲੇਟਡ ਹੈ? डिजिटल एजुकेशन ਨਾਲ ਰਿਲੇਟਡ ਸਾਡੀਆਂ ਗਾਈਡਲਾਈਨਸ ਨੇ। ਇਹਨੂੰ ਪ੍ਰਿਪੇਅਰ ਕਿਹਨੇ ਕੀਤਾ ਹੈ? NCERT ਨੇ। ਠੀਕ ਹੈ, ਨੈਸ਼ਨਲ ਕਾਉਂਸਲ ਫॉर ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਇਹਨੇ ਇਹਨੂੰ ਪ੍ਰਿਪੇਅਰ ਕੀਤਾ ਹੈ ਗਾਈਡਲਾਈਨਸ ਨੂੰ। ਇਹ ਐਡਵਾਈਜ਼ਰੀ ਹੈ, ਸੈਂਟਰਲ ਗਵਰਨਮੈਂਟ ਨੇ ਇਹ ਲਾਂਚ ਕੀਤੀਆਂ ਨੇ। ਐਡਵਾਈਜ਼ਰੀ ਹੈ, ਸਟੇਟ ਗਵਰਨਮੈਂਟ ਜਿਹੜੇ ਨੇ ਉਹ ਆਪਣੇ ਫਿਰ ਰੂਲਸ ਬਣਾ ਸਕਦੇ ਨੇ ਅੱਗੇ ਲੋਕਲ ਨੀਡਸ ਨੂੰ ਦੇਖਦੇ ਹੋਏ ਕਿ ਬੱਚਿਆਂ ਨੂੰ ਤੁਸੀਂ ਐਜੂਕੇਸ਼ਨ ਕਿਵੇਂ ਪ੍ਰੋਵਾਈਡ ਕਰਨੀ ਹੈ। ठीक है, कई स्टेट्स ने वो फॉरवर्ड ने इस मामले यानी कि उन्होंने कोल ज़्यादा बेटर रिसोर्सेज है ਬੱਚਿਆਂ ਨੂੰ ਡਿਜੀਟਲ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ। ਹੁਣ ਤੁਸੀਂ ਕਸ਼ਮੀਰ ਦੀ ਗੱਲ ਕਰੋ, ਉੱਥੇ ਤਾਂ ਇੰਟਰਨੈਟ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੈ, ਤਾਂ ਫਿਰ ਉੱਥੇ ਅਲੱਗ ਟਾਈਪ ਦੀਆਂ ਗਾਈਡਲਾਈਨਸ ਪ੍ਰਿਪੇਅਰ ਕਰਾਂਗੇ। ਠੀਕ ਹੈ, ਇਹ ਤੁਹਾਨੂੰ ਟਰੈਕ ਰੱਖਣ ਦੀ ਗੱਲ ਕਰ ਰਿਹਾ ਕਿ ਜਿਹੜੇ ਬੱਚੇ ਨੇ ਉਹਨਾਂ ਦਾ ਕਿੰਨਾ ਟਾਈਮ, ਸਕਰੀਨ ਟਾਈਮ ਕਿੰਨਾ ਹੋਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਕਿੰਨਾ ਸਕਰੀਨ ਟਾਈਮ ਹੋਣਾ ਚਾਹੀਦਾ ਹੈ, 10ਵੀਂ 11ਵੀਂ 12ਵੀਂ ਦੇ ਬੱਚਿਆਂ ਨੂੰ ਕਿੰਨਾ ਸਕਰੀਨ ਟਾਈਮ ਹੈ ਜਿਹੜਾ ਲਾਣਾ ਚਾਹੀਦਾ ਹੈ, ਨਿਗਾਹ ਲਾਣੀ ਚਾਹੀਦੀ ਹੈ ਲੈਪਟॉप्स ਤੇ ਸਕਰੀਨਸ ਤੇ, ਉਹ ਵੀ ਕਿਉਂਕਿ ਇੰਪੋਰਟੈਂਟ ਹੈ, ਹੈਲਥ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ठीक है, तो एक गाइडलाइंस लॉन्च हुई सीगियां। गाइडलाइंस जिहड़ी है 8 स्टैप प्रोवाइड करदी है ऑनलाइन डिजिटल लर्निंग दे। ठीक है, प्रज्ञता दी फुल फॉर्म ही है वो। ठीक है, प्लान, रिव्यू, अरेंज, गाइड, टॉक, असाइन, ट्रैक एंड अप्रीशिएट, एक गाइडलाइंस लॉन्च कीतियां ने।
ਤੇ ਇਹ प्रिपेयर ਕਿਹਨੇ ਕੀਤੀਆਂ ਨੇ एनसीईआरटी ने। एनसीईआरटी क्या है, एक ऑटोनोमस ऑर्गेनाइजेशन है गवर्नमेंट ऑफ इंडिया दी, ठीक है, ਅਤੇ established ਹੋਈ 1961 ਵਿੱਚ as a literary scientific and charitable society under the Societies Registration Act 1860। ਤਾਂ ਕੋਈ ਪੁੱਛੇ एनसीईआरटी ਕੀ ਹੈ, ऑटोनोमस ऑर्गेनाइजेशन है सोसाइटीज रजिस्ट्रेशन एक्ट 1860 ਦੇ ਅੰਦਰ। ਇਹ ਯਾਦ ਰੱਖਣਾ ਹੈ, ਇਹਦਾ ਨੇਚਰ ਕੀ ਐਜ਼ ਅ ਸੋਸਾਇਟੀ ਇਹਨੂੰ ਰਜਿਸਟਰ ਕੀਤਾ ਗਿਆ ਹੈ। ਇਹਦਾ ਏਮ ਹੈ ਕਿ ਸਕੂਲ ਐਜੂਕੇਸ਼ਨ ਸਿਸਟਮ ਨੂੰ ਰਿਫਾਰਮ ਕਰਨਾ ਹੈ। ਕਿਵੇਂ? ਰਿਸਰਚ, ਟ੍ਰੇਨਿੰਗ, ਪੋਲਿਸੀ ਫਾਰਮੂਲੇਸ਼ਨ, ਕਰਿਕੂਲਰ ਡਿਵੈਲਪਮੈਂਟ ਕਰਕੇ, ठीक है। ਤੇ ਇਹ ਜਿਹੜਾ ਅੱਜ ਦੇ ਲੈਕਚਰ ਵਿੱਚ ਦੋ ਮੇਨ ਚੀਜ਼ਾਂ ਨੇ ਐਜੂਕੇਸ਼ਨ ਨਾਲ ਰਿਲੇਟਡ, ਇੱਕ ਤਾਂ ਜਿਹੜੀ ਡਿਜੀਟਲ ਐਜੂਕੇਸ਼ਨ ਦੀ ਰਿਪੋਰਟ ਹੈ ਜਿਹੜੀ ਆਪਾਂ ਡਿਸਕਸ ਕੀਤੀ ਹੈ। ਅਗਲਾ ਜਿਹੜਾ ਆਪਾਂ ਟੌਪਿਕ ਕਰਾਂਗੇ ਉਹ ਹੈ ਕਿ ਜਿਹੜੀ ਨਵੀਂ ਸਾਡੀ ਐਜੂਕੇਸ਼ਨ ਪਾਲਿਸੀ ਆਈ ਹੈ ਉਹਦੇ ਵਿੱਚ ਕਿਆ-ਕਿਆ ਮੇਜਰ ਚੇਂਜਸ ਲੈ ਕੇ ਆਏ ਹਾਂ ਅਸੀਂ। ਅਗਲਾ ਜਿਹੜਾ ਸਾਡਾ ਟੌਪਿਕ ਹੈ ਇਹ ਇਸ ਹਫਤੇ ਦੀ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਨਿਊਜ਼ ਰਹੀ ਹੈ ਉਹ ਹੈ ਜਿਹੜੀ ਹੈ ਅਸੀਂ ਨਵੀਂ ਐਜੂਕੇਸ਼ਨ ਦੀ ਪਾਲਿਸੀ ਲੈ ਕੇ ਆਏ ਹਾਂ, ठीक है। तो ये ਜਿਹੜੀਆਂ ਅਸੀਂ ਹੁਣ ਸਲਾਈਡਸ ਦੇਖਾਂਗੇ ਨਾ, ਇਹ ਗਵਰਨਮੈਂਟ ਦੇ ਦੁਆਰਾ ਹੀ ਪ੍ਰੀਪੇਅਰਡ ਨੇ, ਹਾਊ ਦੇ ਹੈਵ ਇੰਟਰੋਡਿਊਸਡ ਦੀ ਐਜੂਕੇਸ਼ਨ ਪਾਲਿਸੀ। ਤਾਂ ਸਭ ਤੋਂ ਪਹਿਲਾਂ ਐਵੋਲੂਸ਼ਨ ਕਿੱਦਾਂ ਹੋਈ ਹੈ ਸਾਡੀ ਐਜੂਕੇਸ਼ਨ ਪਾਲਿਸੀ ਦੀ। ਸਭ ਤੋਂ ਪਹਿਲਾਂ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਬਣਿਆ ਸੀ 1948-49 ਵਿੱਚ, ਸੈਕੰਡਰੀ ਐਜੂਕੇਸ਼ਨ ਕਮਿਸ਼ਨ ਬਣਿਆ ਸੀ 1952-53, ਫਿਰ ਐਜੂਕੇਸ਼ਨ ਕਮਿਸ਼ਨ ਬਣਿਆ ਅੰਡਰ ਡੀਐਸ ਕੋਠਾਰੀ, ਠੀਕ ਹੈ। ਕੋਠਾਰੀ ਕਮਿਸ਼ਨ ਦੀ ਰਿਕਮੈਂਡੇਸ਼ਨ ਸੀਗੀਆਂ ਕਾਫੀ ਇੰਪੋਰਟੈਂਟ ਹੈ। फिर नैशनल पॉलिसी ऑन एजुकेशन ਜਿਹੜੀ फर्स्ट टाइम बनी है ਉਹ बनी है ਸਾਡੀ 1968 ਦੇ ਵਿੱਚ, ठीक है। फिर ਆਪਾਂ एजुकेशन ਨੂੰ कॉन्करेंट लिस्ट ਦੇ ਵਿੱਚ ਲੈ ਕੇ ਆਏ ਆ ਅੰਡਰ ਇੰਦਰਾ ਗਾਂਧੀ गवर्नमेंट बाय द 42nd कॉन्स्टिट्यूशनल अमेंडमेंट। बहुत ज़्यादा इंपॉर्टेंट है। फर्स्ट एजुकेशन पॉलिसीज अंडर इंदिरा गांधी एंड द 42nd कॉन्स्टिट्यूशनल अमेंडमेंट इज अंडर इंदिरा गांधी। And then we had the second national policy on education that came out in 1986 during the government of Rajiv Gandhi, ठीक है। उस तो बाद ਜਿਹੜਾ national policy on education modify ਕੀਤੀ ਆਪਾਂ 1986 ਵਾਲੀ ਉਹ ਆਪਾਂ ਕੀਤੀ 1992 ਵਿੱਚ, ਜਿਹੜੀ ਕਿ ਪੀਵੀ ਨਰਸਿਮਹਾ ਰਾਓ ਦੀ ਗਵਰਨਮੈਂਟ ਦੇ ਅੰਡਰ ਹੋਈ ਸੀ, ਠੀਕ ਹੈ। ਤਾਂ ਇਹ ਐਵੋਲੂਸ਼ਨ ਹੋਈ ਹੈ ਆਪਾਂ, ਤੇ ਤੁਸੀਂ ਇਹ ਦੇਖ ਲਓ ਫਿਰ 1986 ਤੋਂ ਬਾਅਦ ਆਪਾਂ ਥੋੜੀ ਜਿਹੀ ਮੋਡੀਫਾਈ ਕੀਤੀ ਤੇ ਹੁਣ 2020 ਵਿੱਚ ਆਪਾਂ ਜਿਹੜੀ ਹੈ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਆ। फिर ਅਸੀਂ ਕਮੇਟੀਆਂ ਬਿਠਾਈਆਂ। TSR ਸੁਬਰਾਮਨੀਅਮ ਕਮੇਟੀ ਰਿਪੋਰਟ 2016 ਵਿੱਚ ਆਈ, ਕੋਈ ਐਕਸ਼ਨ ਨਹੀਂ ਲਿਆ ਗਿਆ। ਫਿਰ ਆਈ ਕਸਤੂਰੀ ਰੰਗਨ ਕਮੇਟੀ ਰਿਪੋਰਟ 2019 ਤੇ ਹੁਣ ਫਿਰ ਅਸੀਂ ਇਹਨਾਂ ਰეკਮੈਂਡੇਸ਼ਨਸ ਦੇ ਬੇਸਿਸ ਤੇ ਆਪਾਂ ਲੈ ਕੇ ਆਏ ਆ ਆਪਣੀ ਨਿਊ ਐਜੂਕੇਸ਼ਨ ਪਾਲਿਸੀ। ਤੇ ਗਵਰਨਮੈਂਟ ਨੇ ਕੁਝ ਬਹੁਤ ਜ਼ਿਆਦਾ ਮੇਜਰ ਰਿਫਾਰਮਸ ਹੈ ਜਿਹੜੇ ਉਹ ਇੰਟਰੋਡਿਊਸ ਕੀਤੇ ਆ। ਮੇਜਰ ਜਿਹੜਾ ਪਹਿਲਾ ਰਿਫਾਰਮ ਹੈ ਸਾਡੇ ਕੋਲ ਹਾਇਰ ਐਜੂਕੇਸ਼ਨ ਦੇ ਵਿੱਚ ਉਹ ਹੈ ਕਿ ਅਸੀਂ ਜਿਹੜਾ ਆਪਣਾ ਗ੍ਰੋਸ ਐਨਰੋਲਮੈਂਟ ਰੇਸ਼ੋ ਹੈ ਇਨ ਹਾਇਰ ਐਜੂਕੇਸ਼ਨ ਉਹ 50% ਤੱਕ ਲੈ ਕੇ ਜਾਣਾ ਹੈ ਬਾਏ 2035, ਠੀਕ ਹੈ। ਉਸ ਤੋਂ ਬਾਅਦ ਆਪਾਂ ਜਿਹੜੀ ਅਪਰੋਚ ਹੈ ਹਾਇਰ ਐਜੂਕੇਸ਼ਨ ਨੂੰ ਲੈ ਕੇ ਉਹ ਹੋਲਿਸਟਿਕ ਤੇ ਮਲਟੀ ਡਿਸਪਲਿਨਰੀ ਲੈ ਕੇ ਆਣੀ ਹੈ। ਸਬਜੈਕਟਸ ਵਿੱਚ ਆਪਾਂ ਫਲੈਕਸੀਬਿਲਿਟੀ ਲੈ ਕੇ ਆਣੀ ਹੈ, ਠੀਕ ਹੈ। ਇੱਕ ਤਾਂ ਸਾਡੇ ਕੋਲ ਮਲਟੀਪਲ ਐਂਟਰੀ ਤੇ ਐਗਜ਼ਿਟ ਪੁਆਇੰਟ ਹੋਣਗੇ, ठीक है। ਐਵੇਂ ਵੀ ਸੁਜੈਸਟ ਕੀਤਾ ਜਾ ਰਿਹਾ ਹੈ ਕਿ 1 ईयर ਦੇ ਬਾਅਦ ਤੁਹਾਨੂੰ ਮਿਲੇਗਾ ਇੱਕ ਸਰਟੀਫਿਕੇਟ, 2 ईयर ਤੋਂ ਬਾਅਦ ਤੁਹਾਨੂੰ ਮਿਲੇਗਾ ਡਿਪਲੋਮਾ, 3 ईयर ਤੋਂ ਬਾਅਦ ਤੁਹਾਨੂੰ ਮਿਲੇਗੀ ਡਿਗਰੀ। ਤਾਂ ਮਲਟੀਪਲ ਐਂਟਰੀ ਐਂਡ ਐਗਜ਼ਿਟ ਪੁਆਇੰਟਸ ਹੈ ਤੁਹਾਡੇ ਕੋਲ, ਠੀਕ ਹੈ। ਅੰਡਰ ਗ੍ਰੈਜੂਏਟ ਪ੍ਰੋਗਰਾਮ ਜਾਂ ਤਾਂ 3 ਸਾਲ ਦਾ ਹੋਏਗਾ ਜਾਂ 4 ਸਾਲ ਦਾ ਹੋਏਗਾ। ਪੋਸਟ ਗ੍ਰੈਜੂਏਟ ਪ੍ਰੋਗਰਾਮ 1 ਸਾਲ ਜਾਂ ਫਿਰ 2 ਸਾਲ ਦਾ ਹੋਏਗਾ। ਇੰਟੀਗ੍ਰੇਟਿਡ ਬੈਚਲਰਸ ਤੇ ਮਾਸਟਰਸ ਪ੍ਰੋਗਰਾਮ ਹੋਣਗੇ ਤੇ ਐਮਫਿਲ ਨੂੰ ਜਿਹੜਾ ਹੈ ਉਹ ਡਿਸਕੰਟੀਨਿਊ ਕੀਤਾ ਗਿਆ ਹੈ, ਠੀਕ ਹੈ। ਤੇ ਤੁਹਾਡੇ ਕੋਲ ਈਵਨ ਹੁਣ ਆਪਸ਼ਨਸ ਹੋਣਗੀਆਂ ਸਬਜੈਕਟਸ ਨੂੰ ਚੂਜ਼ ਕਰਨ 'ਚ ਫਲੈਕਸੀਬਿਲਿਟੀ ਹੋਏਗੀ ਜਿਹੜੀ ਸਾਡੇ ਕੋਲ ਪਹਿਲਾਂ ਨਹੀਂ ਸੀਗੀ। ਫਿਰ ਅਕੈਡਮਿਕ ਬੈਂਕ ਆਫ ਕ੍ਰੈਡਿਟਸ ਹੋਏਗਾ, ਕ੍ਰੈਡਿਟ ਟ੍ਰਾਂਸਫਰ ਹੋਏਗਾ, ਅਲੱਗ-ਅਲੱਗ ਸਬਜੈਕਟਸ ਨੂੰ ਅਲੱਗ-ਅਲੱਗ ਕ੍ਰੈਡਿਟਸ ਦਿੱਤੇ ਜਾਣਗੇ, ਠੀਕ ਹੈ। ਤੇ ਐਂਡ ਆਫ ਦੀ ਯੋਰ ਡਿਗਰੀ ਉਹ ਜਿਹੜੇ ਵੀ ਤੁਹਾਡੇ ਕ੍ਰੈਡਿਟਸ ਨੇ ਉਹਨੂੰ ਇਕੱਠਾ ਕਰਕੇ ਫਿਰ ਤੁਹਾਨੂੰ ਜਿਹੜੀ ਡਿਗਰੀ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ, ਠੀਕ ਹੈ। ਜਿਹੜੇ ਇਹ ਕ੍ਰੈਡਿਟਸ ਹੋਣਗੇ ਇਹ ਟ੍ਰਾਂਸਫਰੇਬਲ ਵੀ ਹੋਣਗੇ। ਜਿਵੇਂ ਤੁਸੀਂ ਇੱਕ ਯੂਨੀਵਰਸਿਟੀ ਤੋਂ ਦੂਜੀ ਯੂਨੀਵਰਸਿਟੀ ਜਾਂਦੇ ਹੋ ਤਾਂ ਵੀ ਤੁਹਾਡੇ ਕ੍ਰੈਡਿਟਸ ਨੇ ਉਹ ਟ੍ਰਾਂਸਫਰ ਹੋ ਜਾਣਗੇ। ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਨੂੰ ਜਿਹੜਾ ਹੈ ਉਹਦੇ ਵਿੱਚ ਤੁਹਾਡੇ ਕੋਲ ਰਿਸਰਚ ਇੰਟੈਂਸਿਵ ਜਾਂ ਟੀਚਿੰਗ ਇੰਟੈਂਸਿਵ ਯੂਨੀਵਰਸਿਟੀਜ਼ ਬਣਾਈਆਂ ਜਾਣਗੀਆਂ, ਆਟੋਨੋਮਸ ਡਿਗਰੀ ਗ੍ਰਾਂਟਿੰਗ ਕਾਲਜਸ ਬਣਾਏ ਜਾਣਗੇ, ਠੀਕ ਹੈ। ਤੇ ਮਾਡਲ ਮਲਟੀ ਡਿਸਪਲਿਨਰੀ ਐਜੂਕੇਸ਼ਨ ਐਂਡ ਰਿਸਰਚ ਯੂਨੀਵਰਸਿਟੀਜ਼ ਬਣਾਈ ਜਾਣਗੀਆਂ ਜਾਂ ਤਾਂ ਹਰ ਡਿਸਟ੍ਰਿਕਟ ਦੇ ਵਿੱਚ ਜਾਂ ਹਰ ਡਿਸਟ੍ਰਿਕਟ ਦੇ ਨੇੜੇ ਇੱਕ ਮੇਰੂ ਹੋਏਗੀ, यानी कि मल्टी डिसिप्लिनरी एजुकेशन एंड रिसर्च यूनिवर्सिटी होएगी, ठीक है। उस तो बाद
ਗ੍ਰੇਡਡ ਆਟੋਨਮੀ, ਅਕੈਡਮਿਕ, ਐਡਮਿਨਿਸਟ੍ਰੇਟਿਵ ਐਂਡ ਫਾਈਨੈਂਸ਼ੀਅਲ ਆਟੋਨਮੀ ਦਿੱਤੀ ਜਾਏਗੀ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਨੂੰ। ਜਿਹੜੀਆਂ ਹੁਣ ਤੁਸੀਂ ਦੇਖਦੇ ਹੋ ਕਿ ਆਹ ਯੂਨੀਵਰਸਿਟੀ ਇਹਦੇ ਨਾਲ ਐਫੀਲੀਏਟਡ ਹੈ, ਇਹ ਯੂਨੀਵਰਸਿਟੀ ਇਹਦੇ ਨਾਲ ਐਫੀਲੀਏਟਡ ਹੈ, ਇਹ ਐਫੀਲੀਏਸ਼ਨ ਵਾਲਾ ਸਿਸਟਮ ਹੈ। ਆਪਾਂ 15 ਸਾਲ ਤੱਕ ਕੰਮ ਖਤਮ ਕਰ ਦੇਣਾ। ਜਿਹੜੀਆਂ ਯੂਨੀਵਰਸਿਟੀਜ਼ ਹੋਣਗੀਆਂ, ਕਾਲਜਿਸ ਹੋਣਗੇ, ਉਹ ਆਟੋਨਮਸ ਇੰਸਟੀਟਿਊਟਸ ਹੋਣਗੇ। ਠੀਕ ਹੈ, ਜਾਂ ਤਾਂ ਉਹ ਕਿਸੇ ਯੂਨੀਵਰਸਿਟੀ ਦੇ ਨਾਲ ਐਸੋਸੀਏਟਡ ਹੈ, ਜਿਵੇਂ ਪੰਜਾਬ ਯੂਨੀਵਰਸਿਟੀ ਦੇ ਨਾਲ ਤੁਸੀਂ ਹੋ ਅਲੱਗ-ਅਲੱਗ ਤੁਹਾਡੇ ਐਫੀਲੀਏਸ਼ਨ ਹੈ, ਜਾਂ ਫਿਰ ਤੁਸੀਂ ਆਪ ਹੀ ਆਟੋਨਮਸ ਇੰਸਟੀਟਿਊਟ ਹੋਗੇ, ਜਿਹੜੀ ਐਫੀਲੀਏਸ਼ਨ ਹੈ ਉਹ ਖਤਮ ਕਰ ਦਿੱਤੀ ਜਾਏਗੀ। ਠੀਕ ਹੈ, ਤੇ ਨੈਸ਼ਨਲ ਮਿਸ਼ਨ ਔਨ ਮੈਂਟਰਿੰਗ ਇੰਡੀਪੈਂਡੈਂਟ ਬੋਰਡ ਆਫ ਗਵਰਨੈਂਸ ਬਣਾਇਆ ਜਾਏਗਾ। ਠੀਕ ਹੈ, ਫਿਰ ਹੁਣ ਸਾਡੇ ਕੋਲ ਕੀ ਹੈ, ਹਾਇਰ ਐਜੂਕੇਸ਼ਨ ਦੇ ਵਿੱਚ ਬਹੁਤ ਸਾਰੇ ਰੈਗੂਲੇਟਰਸ ਹੋ ਚੁੱਕੇ ਨੇ ਸਾਡੇ ਕੋਲ। ਹੁਣ ਆਪਾਂ ਕੀ ਕਰਨਾ ਹੈ, ਅਸੀਂ ਸਾਰੇ ਰੈਗੂਲੇਟਰਸ ਨੂੰ ਖਤਮ ਕਰਕੇ ਇੱਕ ਹੀ ਸਿੰਗਲ ਰੈਗੂਲੇਟਰ ਲੈ ਕੇ ਆਣਾ ਹੈ ਜਿਹੜਾ ਹਾਇਰ ਐਜੂਕੇਸ਼ਨ ਨੂੰ ਰੈਗੂਲੇਟ ਕਰੇਗਾ। ਠੀਕ ਹੈ, ਤੇ ਇਹਦੇ ਵਿੱਚ ਪਰ ਆਪਾਂ ਲੀਗਲ ਤੇ ਮੈਡੀਕਲ ਜਿਹੜੀ ਐਜੂਕੇਸ਼ਨ ਹੈ ਉਹਨੂੰ ਇਹਦੇ ਅੰਦਰ ਨਹੀਂ ਲੈ ਕੇ ਆਵਾਂਗੇ। ਬਾਕੀ ਜਿਹੜੀ ਵੀ ਐਜੂਕੇਸ਼ਨ ਹੈ ਉਹ ਇੱਕ ਸਿੰਗਲ ਰੈਗੂਲੇਟਰ ਦੇ ਅੰਡਰ ਆ ਜਾਏਗੀ। ਹੁਣ ਤੁਹਾਨੂੰ ਇਨਸਪੈਕਸ਼ਨਸ ਹੁੰਦੀਆਂ ਨੇ ਕਾਲਜਿਸ ਦੀਆਂ, ਯੂਨੀਵਰਸਿਟੀਜ਼ ਦੀਆਂ, ਬਾਹਰੋਂ ਇਨਸਪੈਕਟ ਕਰਨ ਆਉਂਦੇ ਨੇ। ਇਹ ਇਨਸਪੈਕਸ਼ਨ ਵਾਲਾ ਕੰਮ ਖਤਮ ਕਰਨਾ ਹੈ। ਆਨਲਾਈਨ ਸੈਲਫ ਡਿਸਕਲੋਜ਼ਰ ਖਤਮ ਹੋਏਗਾ, ਸਟਾਰਟ ਹੋਏਗਾ ਕਿ ਜਿਹੜੀ ਯੂਨੀਵਰਸਿਟੀਜ਼ ਹੈ ਉਹ ਆਪ ਹੀ ਸੈਲਫ ਡਿਸਕਲੋਜ਼ ਕਰ ਦੇਣਗੀਆਂ ਕਿ ਸਾਡੇ ਕੋਲ ਇਹ ਸਿਸਟਮ ਹੈ। ਬਾਹਰੋਂ ਹੁਣ ਇਨਸਪੈਕਸ਼ਨ ਕਰਨ ਕੋਈ ਨਹੀਂ ਆਏਗਾ। ਠੀਕ ਹੈ, ਤੇ ਪਬਲਿਕ ਐਂਡ ਪ੍ਰਾਈਵੇਟ ਹਾਇਰ ਐਜੂਕੇਸ਼ਨ ਸਿਸਟਮ ਦੇ ਵਿੱਚ ਨਾ ਪੈਰਿਟੀ ਲੈ ਕੇ ਆਣੀ ਹੈ, ਇਕੁਐਲਿਟੀ ਇੱਕ ਤਰੀਕੇ ਦੀ ਲੈ ਕੇ ਆਣੀ ਹੈ। ਕਾਮਨ ਨੋਰਮਸ ਹੋਣਗੇ ਪਬਲਿਕ ਤੇ ਪ੍ਰਾਈਵੇਟ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਦੇ, ਇਹਨਾਂ ਦੀ ਇਸ ਟਾਈਮ ਤੇ ਅਲੱਗ-ਅਲੱਗ ਨੋਰਮਸ ਨੇ, ਉਹ ਨੋਰਮਸ ਹੁਣ ਇਕੁਅਲ ਹੋਣਗੀਆਂ। ਠੀਕ ਹੈ, ਫੀਸ ਜਿਹੜੀ ਹੈ ਉਹ ਵੀ ਫਿਕਸ ਕੀਤੀ ਜਾਏਗੀ ਬਾय ਦੀ ਬੋਰਡ। ਆਪਾਂ ਬੋਰਡ ਬਣਾਣਾ, ਇੰਡੀਪੈਂਡੈਂਟ ਬੋਰਡ ਆਫ ਗਵਰਨਰ ਹੋਏਗਾ। ਬ੍ਰੌਡ ਜਿਹੜਾ ਇੱਕ ਰੈਗੂਲੇਟਰੀ ਫਰੇਮਵਰਕ ਹੋਏਗਾ ਉਹ ਫੀਸ ਨੂੰ ਫਿਕਸ ਕਰਨਗੇ। ਠੀਕ ਹੈ, ਫਿਲੈਂਥਰਪੀ ਜਿਹੜੀ ਹੈ ਆਪਣੇ ਇੱਥੇ ਘੱਟ ਹੈ ਬਹੁਤ ਜ਼ਿਆਦਾ। ਫੋਰਨ ਵਿੱਚ ਤੁਸੀਂ ਦੇਖੋ ਜਿੰਨੀਆਂ ਵੀ ਵੱਡੀਆਂ ਯੂਨੀਵਰਸਿਟੀਜ਼ ਹੈ ਪੈਸਾ ਦਾਨ ਕਰਦੇ ਨੇ। ਜਿਵੇਂ ਮੈਂ ਇੱਕ ਇੰਸਟੀਟਿਊਟ ਤੋਂ ਪੜ੍ਹੀ ਹੋਈ ਹਾਂ ਐਂਡ ਆਈ ਹੈਵ ਅਚੀਵਡ ਸਮਥਿੰਗ ਬਿਗ ਇਨ ਮਾਈ ਲਾਈਫ, ਐਂਡ ਵੈਸੇ ਵੀ ਜੇ ਮੈਂ ਆਪਣੇ ਇੰਸਟੀਟਿਊਟ ਨੂੰ ਪੈਸਾ ਦੇਣਾ ਚਾਹੁੰਦੀ ਹਾਂ ਤਾਂ ਉਹ ਮੈਂ ਦੇ ਸਕਦੀ ਹਾਂ। ਇੰਡੀਆ ਵਿੱਚ ਇੰਨਾ ਇਹ ਕਲਚਰ ਨਹੀਂ ਹੈ, ਲੇਕਿਨ ਹੁਣ ਉਹਨੂੰ ਵੀ ਪ੍ਰਮੋਟ ਕੀਤਾ ਜਾਏਗਾ ਕਿ ਪ੍ਰਾਈਵੇਟ ਫਿਲੈਂਥਰਪੀ ਜਿਹੜਾ ਹੈ ਉਹਦੇ ਥਰੂ ਜਿਹੜੀ ਫੰਡਿੰਗ ਹੈ ਉਹ ਕੀਤੀ ਜਾਏਗੀ। ਸਭ ਤੋਂ ਇੰਪੋਰਟੈਂਟ ਜਿਹੜਾ ਪੁਆਇੰਟ ਯਾਦ ਰੱਖਣਾ ਹੈ, ਅਸੀਂ ਜਿਹੜੀ ਪਬਲਿਕ ਇਨਵੈਸਟਮੈਂਟ ਹੈ ਐਜੂਕੇਸ਼ਨ ਸੈਕਟਰ ਦੇ ਵਿੱਚ ਉਹ ਆਪਾਂ 6% ਆਫ GDP ਤੱਕ ਲੈ ਕੇ ਜਾਣੀ ਹੈ ਜਿੰਨੀ ਜਲਦੀ ਹੋ ਸਕੇ। ਹੁਣ ਈਵਨ 2% ਤੱਕ ਆਪਾਂ ਖਰਚਾ ਨਹੀਂ ਕਰ ਪਾਉਂਦੇ, ਲੇਕਿਨ ਆਪਾਂ GDP ਦਾ 6% ਜਿਹੜਾ ਖਰਚਾ ਹੈ ਉਹ ਅਸੀਂ ਐਜੂਕੇਸ਼ਨ ਤੇ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਹੋਰ ਆਪਾਂ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਣਾਉਣੀ ਹੈ। ਆਪਾਂ ਰਿਸਰਚ ਪ੍ਰਮੋਟ ਕਰਨਾ ਹੈ ਹਾਇਰ ਐਜੂਕੇਸ਼ਨ ਦੇ ਅੰਦਰ। ਆਪਾਂ ਇੰਟਰਨੈਸ਼ਨਲ ਸਟੈਂਡਰਡਸ ਤੱਕ ਲੈ ਕੇ ਜਾਣੀ ਹੈ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਹੈ। ਆਪਾਂ ਵੋਕੇਸ਼ਨਲ ਟੀਚਰ ਐਂਡ ਪ੍ਰੋਫੈਸ਼ਨਲ ਜਿਹੜੀ ਐਜੂਕੇਸ਼ਨ ਹੈ ਉਹਨੂੰ ਇੰਟੀਗ੍ਰੇਟ ਕਰਨਾ ਹੈ। ਆਪਾਂ ਬੱਚਿਆਂ ਨੂੰ ਸਕਿੱਲਸ ਪ੍ਰੋਵਾਈਡ ਕਰਨੇ ਕਿ ਜੇ ਤੁਹਾਡੇ ਕੋਲ ਇੱਕ ਡਿਗਰੀ ਹੈ, ਤੁਹਾਡੇ ਹੱਥ ਵਿੱਚ ਕੋਈ ਸਕਿੱਲਸ ਹੋਣ, ਤੁਹਾਡੀ ਵੋਕੇਸ਼ਨਲ ਟ੍ਰੇਨਿੰਗ ਹੋਈ ਹੋਵੇ। ਠੀਕ ਹੈ, ਤੁਹਾਡੇ ਹੱਥ 'ਚ ਡਿਗਰੀ ਹੈ, ਤੁਹਾਨੂੰ ਕਰਨਾ ਕੁਛ ਨਹੀਂ ਆਉਂਦਾ ਤਾਂ ਫਾਇਦਾ ਕੁਛ ਨਹੀਂ ਸੀ ਨਾ ਉਸ ਚੀਜ਼ ਦਾ। ਤਾਂ ਆਪਾਂ ਹੁਣ ਓਵਰਆਲ ਇੰਪਰੂਵਮੈਂਟ ਕਰ ਰਹੇ ਹਾਂ। ਆਪਾਂ ਕੁਆਲਿਟੀ ਸੈੱਟ ਕਰਨੀ ਹੈ, ਆਪਾਂ ਕੁਆਲਿਟੀ ਇੰਪਰੂਵ ਕਰਨੀ ਹੈ ਜਿਹੜੇ ਸਾਡੇ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਹੈ। ਠੀਕ ਹੈ, ਸੈਟਿੰਗ ਅਪ ਆਫ ਨਿਊ ਕੁਆਲਿਟੀ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਹੈਜ਼ ਆਲਸੋ ਬੀਨ ਮੇਡ ਈਜ਼ੀਅਰ। ਠੀਕ ਹੈ, ਆਪਾਂ ਮਲਟੀ ਡਿਸਿਪਲਿਨਰੀ ਇੰਸਟੀਟਿਊਟਸ ਲੈ ਕੇ ਆਣੇ ਨੇ, ਪ੍ਰੋਫੈਸ਼ਨਲ ਐਜੂਕੇਸ਼ਨਲ ਇੰਸਟੀਟਿਊਟਸ ਲੈ ਕੇ ਆਣੇ ਨੇ, ਤੇ ਜਿਹੜੀਆਂ ਡਿਸਐਡਵਾਂਟੇਜ ਰੀਜਨਸ ਹੈ ਉੱਥੇ ਉਹਨੂੰ ਆਪਾਂ ਸਪੈਸ਼ਲ ਐਜੂਕੇਸ਼ਨ ਜ਼ੋਨ ਬਣਾ ਦੇਣਾ ਹੈ। ਜਿਵੇਂ ਹੁਣ ਆਪਾਂ ਕੀ ਕਰਦੇ ਹਾਂ, ਕਿਤੇ ਆਪਾਂ ਇਕਨੋਮਿਕਲੀ ਕੋਈ ਬੈਕਵਰਡ ਹੈ, ਆਪਾਂ ਸਪੈਸ਼ਲ ਇਕਨੋਮਿਕ ਜ਼ੋਨਸ ਬਣਾਉਂਦੇ ਹਾਂ, ਉਵੇਂ ਹੀ ਆਪਾਂ ਸਪੈਸ਼ਲ ਐਜੂਕੇਸ਼ਨ ਜ਼ੋਨਸ ਬਣਾਣੇ ਨੇ। ਉਹਨਾਂ ਨੂੰ ਫਿਰ ਸਪੈਸ਼ਲ ਇਨਸੈਂਟਿਵ ਦਿੱਤਾ ਜਾਏਗਾ ਉੱਥੇ ਐਜੂਕੇਸ਼ਨ ਇੰਸਟੀਟਿਊਟ ਸੈਟਅਪ ਕਰਨਾ। ਹੁਣ ਚੰਡੀਗੜ੍ਹ 'ਚ ਇੰਨੇ ਜ਼ਿਆਦਾ ਇੰਸਟੀਟਿਊਟ ਹੈ, ਦਿੱਲੀ ਸਾਈਡ ਇੰਨੇ ਜ਼ਿਆਦਾ ਇੰਸਟੀਟਿਊਟ ਹੈ, ਬੰਬੇ, ਪੁਣੇ ਭਰੇ ਪਏ ਨੇ ਇੰਸਟੀਟਿਊਟ। ਲੇਕਿਨ ਤੁਸੀਂ ਬੈਕਵਰਡ ਰੀਜਨਸ ਜਾਓ, ਤੁਸੀਂ ਨਾਰਥ ਈਸਟ ਚਲੇ ਜਾਓ, ਤੁਸੀਂ ਸੈਂਟਰਲ ਇੰਡੀਆ ਚਲੇ ਜਾਓ, ਈਸਟਰਨ ਇੰਡੀਆ ਚਲੇ ਜਾਓ, ਉੱਥੇ ਜੇ ਆਪਾਂ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਦੇਖੀ ਬਹੁਤ ਜ਼ਿਆਦਾ ਬੈਕਵਰਡ ਹੈ, ਤਾਂ ਉੱਥੇ ਆਪਾਂ ਸਪੈਸ਼ਲ ਐਜੂਕੇਸ਼ਨ ਜ਼ੋਨਸ ਕ੍ਰੀਏਟ ਕਰਨੀਆਂ ਨੇ। ਆਪਾਂ ਪਾਲੀ ਪਰਸ਼ੀਅਨ ਪ੍ਰਾਕ੍ਰਿਤ ਨੂੰ ਜਿਹੜਾ ਹੈ ਪ੍ਰਮੋਟ ਕਰਨ ਲਈ ਨੈਸ਼ਨਲ ਇੰਸਟੀਟਿਊਟ ਬਣਾਉਣਾ ਹੈ, ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫੋਰਮ ਬਣਾਉਣਾ ਹੈ, ਟੈਕਨੋਲੋਜੀਕਲ ਜਿਹੜੀ ਐਜੂਕੇਸ਼ਨ ਹੈ ਉਹਨੂੰ ਪ੍ਰਮੋਟ ਕਰਨ ਲਈ। ਇੱਕ ਜਿਹੜਾ ਹੋਰ ਚੇਂਜ ਹੈ, ਮਿਨਿਸਟਰੀ ਆਫ HRD ਬੋਲਦੇ ਸੀ ਆਪਾਂ, ਇਹਨੂੰ ਅਸੀਂ ਹੁਣ ਮਿਨਿਸਟਰੀ ਆਫ ਐਜੂਕੇਸ਼ਨ ਬੋਲਣਾ ਹੈ। ਤੇ ਇਹ ਸਾਰੇ ਚੇਂਜਸ ਨੇ ਸਾਡੇ ਕੋਲ। ਠੀਕ ਹੈ, ਉਸ ਤੋਂ ਬਾਅਦ ਆਪਾਂ ਆਪਣੇ ਇੰਡੀਅਨ ਜਿਹੜੇ ਨੌਲੇਜ ਹੈ ਉਹਨੂੰ ਪ੍ਰਮੋਟ ਕਰਨਾ ਹੈ। ਆਪਣੀ ਕਲਚਰ, ਆਪਣੀ ਲੈਂਗੁਏਜਸ ਉਹਨਾਂ ਨੂੰ ਅਸੀਂ ਪ੍ਰਮੋਟ ਕਰਨਾ ਹੈ। ਜਿਹੜੀਆਂ ਸਾਡੀਆਂ ਲਿਟਰੇਚਰ ਹੈ ਪੁਰਾਣੀ ਇੰਡੀਅਨ ਲੈਂਗੁਏਜਸ 'ਚ ਹੈ, ਇੰਡੀਅਨ ਵੋਕੈਬਲਰੀ ਹੈ, ਸਾਇੰਟੀਫਿਕ ਵੋਕੈਬਲਰੀ ਹੈ, ਉਹਨੂੰ ਪ੍ਰਮੋਟ ਕਰਨਾ ਹੈ। ਅਸੀਂ
ਸੰਸਕ੍ਰਿਤ ਨੂੰ ਪ੍ਰਮੋਟ ਕਰਨਾ ਹੈ, ਟ੍ਰੈਡੀਸ਼ਨਲ ਆਰਟਸ ਨੂੰ ਪ੍ਰਮੋਟ ਕਰਨਾ ਹੈ, ਠੀਕ ਹੈ। ਅਸੀਂ ਆਪਣੀਆਂ ਜਿਹੜੀਆਂ ਕਲਾਸੀਕਲ ਲੈਂਗੁਏजेस ਹੈ ਉਹਨਾਂ ਨੂੰ ਪ੍ਰਮੋਟ ਕਰਨਾ ਹੈ। ਤੇ ਇਹ ਇੰਨਾ ਇਹਦੇ ਵਿੱਚ ਆਪਾਂ ਡਿਟੇਲ ਚ ਨਹੀਂ ਜਾਣਾ ਹੈ ਕਿ ਉਹਦੇ ਵਿੱਚ ਕੀ ਹੋਇਆ। ਫਿਰ ਹੁਣ ਤੁਹਾਨੂੰ ਪਤਾ ਹੈ ਕਿ ਹਰ ਪੜ੍ਹਨ ਲਈ ਹੁਣ ਅਸੀਂ ਕਿਹਦੇ ਤੇ ਡਿਪੈਂਡੈਂਟ ਆ, ਆਪਾਂ ਡਿਜੀਟਲ ਜਿਹੜੀ ਟੈਕਨੋਲੋਜੀ ਹੈ ਉਹਦੇ ਤੇ ਡਿਪੈਂਡੈਂਟ ਆ। ਤਾਂ ਆਪਾਂ ਟੈਕਨੋਲੋਜੀ ਵੱਲ ਵੀ ਐਕਸਟਰਾ ਧਿਆਨ ਦੇਣਾ ਹੈ। ਐਜੂਕੇਸ਼ਨ ਦੇ ਹਰ ਸਟੈਪ ਤੇ ਆਪਾਂ ਜਦ ਐਜੂਕੇਸ਼ਨ ਦੀ ਪਲਾਨਿੰਗ ਕਰਨੀ ਹੈ, ਅਸੈਸਮੈਂਟ ਕਰਨੀ ਹੈ, ਮੈਨੇਜਮੈਂਟ ਕਰਨੀ ਹੈ, ਰੈਗੂਲੇਸ਼ਨ ਕਰਨੀ ਹੈ, ਹਰ ਚੀਜ਼ ਦੇ ਵਿੱਚ ਆਪਾਂ ਟੈਕਨੋਲੋਜੀ ਹੁਣ ਯੂਜ਼ ਕਰਨੀ ਹੈ। ਤੇ ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਸਾਡੇ ਡਿਸਐਡਵਾਂਟੇਜਡ ਗਰੁੱਪ ਨੇ ਉਹਨਾਂ ਨੂੰ ਵੀ ਐਕਸੈਸ ਮਿਲ ਸਕੇ ਜਿਹੜੀ ਸਾਡੀ ਐਜੂਕੇਸ਼ਨ ਹੈ। ਜਿਹੜੇ ਦਿਵਿਆਂਗ ਫ੍ਰੈਂਡਲੀ ਐਜੂਕੇਸ਼ਨ ਸੌਫਟਵੇਅਰ ਬਣਾਉਣਾ ਹੈ, ਮਤਲਬ ਜਿਹੜੇ ਸਾਡੇ ਡਿਸੇਬਲਡ ਨੇ, ਅਸੀਂ ਉਹਨਾਂ ਦੀ ਦਿਵਿਆਂਗ ਵਰਡ ਯੂਜ਼ ਕਰਦੇ ਹਾਂ, ਠੀਕ ਆ। ਤਾਂ ਜਿਹੜੀਆਂ ਸਾਡੀ ਐਜੂਕੇਸ਼ਨ ਸੌਫਟਵੇਅਰ ਹੈ ਉਹ ਅਸੀਂ ਦਿਵਿਆਂਗ ਫ੍ਰੈਂਡਲੀ ਬਣਾਉਣਾ ਹੈ, ਠੀਕ ਹੈ। ਜਿਹੜਾ ਸਾਡਾ ਈ ਕੰਟੈਂਟ ਹੋਏਗਾ, ਹੁਣ ਕੀ ਹੈ ਸਾਰਾ ਕੰਟੈਂਟ ਕਿਹੜੀ ਲੈਂਗੁਏਜ ਵਿੱਚ ਹੈ ਸਾਡੇ ਕੋਲ, ਇੰਗਲਿਸ਼ ਦੇ ਵਿੱਚ। ਅਸੀਂ ਕੀ ਕਰਨਾ ਹੈ, ਅਸੀਂ ਰੀਜਨਲ ਲੈਂਗੁਏजेस ਦੇ ਵਿੱਚ ਵੀ ਕੰਟੈਂਟ ਜਿਹੜਾ ਹੈ ਅਸੀਂ ਉਹ ਡਿਵੈਲਪ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫੋਰਮ ਦੀ ਅਸੀਂ ਗੱਲ ਕਰ ਲਈ ਹੈ। ਸਕੂਲਸ, ਟੀਚਰਸ, ਸਟੂਡੈਂਟਸ ਸਾਰਿਆਂ ਦੇ ਵਿੱਚ ਅਸੀਂ ਡਿਜੀਟਲ ਇਕਵਿਪਮੈਂਟਸ ਲੈ ਕੇ ਆਣੇ ਨੇ, ਸਾਰਿਆਂ ਨੂੰ ਇਕਵਿਪ ਕਰਨਾ ਹੈ ਕਿ ਐਜੂਕੇਸ਼ਨ ਜਿਹੜੀ ਹੈ ਉਹਦੇ ਵਿੱਚ ਟੈਕਨੋਲੋਜੀ ਅਸੀਂ ਯੂਜ਼ ਕਰ ਸਕੀਏ। ਜਿਵੇਂ ਹੁਣ ਕ੍ਰਾਈਸਿਸ ਆ ਰਹੇ ਨੇ, ਇਸ਼ੂ ਕੀ ਹੋ ਰਿਹਾ ਹੈ, ਜਿਹੜੇ ਤਾਂ ਬਹੁਤ ਵਧੀਆ ਵੱਡੇ ਸਕੂਲ ਨੇ ਜਿਨ੍ਹਾਂ ਦੇ ਕੋਲ ਪੈਸਾ ਹੈ ਉਹ ਤਾਂ ਆਪਣੇ ਟੀਚਰਸ ਨੂੰ ਪ੍ਰੋਵਾਈਡ ਕਰ ਪਾ ਰਹੇ ਨੇ ਇੰਟਰਨੈਟ ਦਾ ਐਕਸੈਸ, ਤੇ ਨਾਲੇ ਬੋਰਡਸ ਪ੍ਰੋਵਾਈਡ ਕਰ ਰਹੇ ਨੇ, ਇੰਟਰਨੈਟ ਕਨੈਕਸ਼ਨਸ ਐਂਡ ਐਵਰੀਥਿੰਗ ਦੇ ਆਰ ਪ੍ਰੋਵਾਈਡਿੰਗ। ਲੇਕਿਨ ਜਿਹੜੇ ਛੋਟੇ ਪ੍ਰਾਈਵੇਟ ਸਕੂਲਸ ਨੇ, ਜਿਹੜੇ ਪਿੰਡਾਂ ਸਕੂਲ ਨੇ, ਉਹਨਾਂ ਦੇ ਕੋਲ ਡਿਜੀਟਲ ਇਕਵਿਪਮੈਂਟ ਹੈ ਹੀ ਨਹੀਂ ਆ। ਤਾਂ ਇਹ ਜਿਹੜਾ ਗੈਪ ਹੈ ਨਾ, ਇਹ ਅਸੀਂ ਖਤਮ ਕਰਨਾ ਹੈ ਹੁਣ। ਉਸ ਤੋਂ ਬਾਅਦ ਸਕੂਲ ਐਜੂਕੇਸ਼ਨ ਵਿੱਚ ਆਪਾਂ ਕੀ ਅਸੀਂ ਚੇਂਜਸ ਲੈ ਕੇ ਆਣੇ ਨੇ। ਇੱਕ ਤਾਂ ਯੂਨੀਵਰਸਲਾਈਜੇਸ਼ਨ ਆਫ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਹੈ। ਹੁਣ ਜਿਹੜੇ ਸਾਡੇ ਪ੍ਰੀ ਸਕੂਲ ਵਗੈਰਾ ਹੁੰਦੇ ਆ ਨਾ, ਇਹ ਪੈਸਾ ਬਹੁਤ ਲੈਂਦੇ ਆ ਬੱਚਿਆਂ ਨੂੰ ਐਡਮਿਸ਼ਨ ਲੈਣ ਦਾ, ਲੇਕਿਨ ਇਹਨਾਂ ਦੀ ਕੋਈ ਰੈਗੂਲੇਸ਼ਨ ਹੀ ਨਹੀਂ ਸੀਗੀ, ਕਿਸੇ ਦੇ ਅੰਡਰ ਨਹੀਂ ਆ ਰਹੇ ਸੀਗੇ। ਕਿਸੇ ਨੂੰ ਮਿਲ ਰਹੀ ਹੈ ਪ੍ਰੀ ਸਕੂਲ ਐਜੂਕੇਸ਼ਨ, ਕਿਸੇ ਨੂੰ ਨਹੀਂ ਮਿਲ ਰਹੀ ਹੈ। ਉਹ ਸਾਰਾ ਵੀ ਹੁਣ ਰੈਗੂਲੇਟ ਹੋਏਗਾ, ਯੂਨੀਵਰਸਲਾਈਜੇਸ਼ਨ ਹੋਏਗੀ अर्ਲੀ ਚਾਈਲਡਹੁੱਡ ਕੇਅਰ ਐਜੂਕੇਸ਼ਨ ਦੀ, ਕਿਉਂਕਿ ਜਿਹੜੇ ਬੱਚੇ ਦਾ ਪਹਿਲਾ 3 ਤੋਂ 5 ਸਾਲ ਦੀ ਏਜ ਵਿੱਚ ਜਿਹੜਾ ਦਿਮਾਗ ਡਿਵੈਲਪ ਹੁੰਦਾ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉੱਥੇ ਇੱਕ ਵਾਰੀ ਗੈਪ ਪੈ ਗਿਆ ਤਾਂ ਫਿਰ ਉਹਨੂੰ ਫਿਰ ਭਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ, ठीक है। फिर ਅਸੀਂ ਨੈਸ਼ਨਲ ਮਿਸ਼ਨ ਔਨ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਚਲਾਣਾ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਫਾਊਂਡੇਸ਼ਨਲ ਮਤਲਬ ਲਿਖਣਾ ਪੜ੍ਹਨਾ ਆਂਦਾ ਹੋਵੇ। ਹੁਣ ਤੁਸੀਂ ਦੇਖੋ ਜਿਹੜੀ ਵੀ ਸਾਡੀ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਅਸੈਸਮੈਂਟਸ ਹੁੰਦੀਆਂ ਨੇ, 5ਵੀਂ ਕਲਾਸ ਦੇ ਬੱਚੇ ਨੂੰ ਦੂਜੀ ਕਲਾਸ ਦਾ ਜਿਹੜਾ ਸਵਾਲ ਹੈ ਉਹ ਸੋਲਵ ਨਹੀਂ ਕਰਨਾ ਆਉਂਦਾ। ਉਹ ਸਭ ਜਿਹੜੇ ਗੈਪਸ ਨੇ ਉਹਨਾਂ ਨੂੰ ਫਿਲ ਕਰਨ ਲਈ ਨੈਸ਼ਨਲ ਮਿਸ਼ਨ ਔਨ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਚਲਾਇਆ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਸਕਿੱਲਸ ਡਿਵੈਲਪਮੈਂਟ, ਸਾਇੰਟਿਫਿਕ ਟੈਂਪਰ ਡਿਵੈਲਪ ਕਰਨਾ ਹੈ, ਜਿਹੜੇ ਅੱਜ ਦੀ ਤਾਰੀਖ ਵਿੱਚ ਇੰਪੋਰਟੈਂਟ ਹੈ, ਠੀਕ ਹੈ। 6ਵੀਂ ਕਲਾਸ ਤੋਂ ਬੱਚਿਆਂ ਨੂੰ ਕੋਡਿੰਗ ਸਿਖਾਣੀ ਸ਼ੁਰੂ ਕੀਤੀ ਜਾਏਗੀ, ਆਪਸ਼ਨ ਹੋਏਗਾ ਕਿ ਕੋਡਿੰਗ ਸਿੱਖ ਸਕਣ। ਇਹ ਸੀ ਜਿਹੜੀ ਚਾਈਨਾ ਨੇ, ਇਹਨੇ ਬਹੁਤ ਸਾਲ ਪਹਿਲਾਂ ਚਾਈਨਾ ਨੇ ਸਟਾਰਟ ਕਰਤੀ, ਕਿਉਂਕਿ ਡਿਜੀਟਾਈਜੇਸ਼ਨ ਹੀ ਫਿਊਚਰ ਹੈ। ਯੂ ਨੀਡ ਟੂ ਨੋ ਬੇਸਿਕਸ ਆਫ ਕੋਡਿੰਗ। ਤੁਸੀਂ ਕਿਸੇ ਵੀ ਫੀਲਡ ਵਿੱਚ ਜਾਣਾ ਹੈ, ਕੰਪਿਊਟਰ ਤਾਂ ਚਲਾਣਾ ਹੀ ਪਏਗਾ, ਤਾਂ ਕੋਡਿੰਗ ਦੀ ਆਪਸ਼ਨ ਤੁਹਾਨੂੰ 6ਵੀਂ ਕਲਾਸ ਵਿੱਚ ਦੇ ਦਿੱਤੀ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਆਰਟਸ, ਸਾਇੰਸ, ਕਾਮਰਸ ਇਹਨਾਂ ਦੇ ਵਿੱਚ ਕੋਈ ਵੀ ਰਿਜਿਡ ਸੈਪਰੇਸ਼ਨ ਨਹੀਂ ਹੋਏਗੀ। 10ਵੀਂ ਤੋਂ ਬਾਅਦ ਤੁਸੀਂ ਚੂਜ਼ ਕਰਦੇ ਹੋ ਨਾ ਕਿ ਤੁਸੀਂ ਆਰਟਸ ਲੈਣਾ, ਤੁਸੀਂ ਕਾਮਰਸ ਲੈਣੀ, ਤੁਸੀਂ ਮੈਡੀਕਲ ਲੈਣਾ, ਤੁਸੀਂ ਨਾਨ ਮੈਡੀਕਲ ਲੈਣਾ, ਉਹਦੇ ਵਿੱਚ ਹੁਣ ਕੋਈ ਵੀ ਰਿਜਿਡ ਸੈਪਰੇਸ਼ਨ ਨਹੀਂ ਹੋਏਗੀ। ਬੱਚਾ ਆਪਣੀ ਮਰਜ਼ੀ ਦੇ ਸਬਜੈਕਟ ਚੂਜ਼ ਕਰ ਪਾਏਗਾ, ਠੀਕ ਹੈ। ਤੇ ਕਰਿਕੂਲਰ ਤੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੂੰ ਇਕੁਅਲੀ ਟ੍ਰੀਟ ਕੀਤਾ ਜਾਏਗਾ। ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਜਿਹੜਾ ਹੈ ਸਕਿੱਲਸ ਡਿਵੈਲਪਮੈਂਟ ਵੀ ਤੁਹਾਡੀ ਕੀਤੀ ਜਾਏਗੀ, ਠੀਕ ਹੈ। ਤੇ ਜਿਹੜੇ ਤੁਹਾਡੇ ਪੇਪਰ ਲਏ ਜਾਣਗੇ ਉਹ ਵੀ ਤੁਹਾਡਾ ਕੋਰ ਕਨਸੈਪਟਸ ਤੇ ਹੋਏਗਾ। ਜਿਹੜੀ ਰੱਟਾਫਿਕੇਸ਼ਨ ਹੈ, ਤੁਸੀਂ ਹਰ ਚੀਜ਼ ਨੂੰ ਕ੍ਰੈਮ ਕਰਦੇ ਹੋ, ਉਹ ਚੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਠੀਕ ਹੈ। ਇੱਕ ਤੁਹਾਡਾ ਨਾ ਇੱਕ ਸਟਰਕਚਰ ਚੇਂਜ ਹੋ ਗਿਆ ਹੁਣ ਪੜ੍ਹਾਈ ਦਾ। ਹੁਣ ਕੀ ਹੋਏਗਾ 5+3+3+4, ਠੀਕ ਹੈ। ਪਹਿਲਾ ਜਿਹੜਾ 5 ਸਾਲ ਨੇ ਬੱਚੇ ਦੇ ਉਹ ਫਾਊਂਡੇਸ਼ਨਲ ਸਟੇਜ ਹੋਏਗਾ। ਇਹਦੇ ਵਿੱਚ ਖੇਡ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਜਿਵੇਂ 3 ਸਾਲ ਜਿਹੜੇ ਆਂਗਨਵਾੜੀ ਜਾਂ ਪ੍ਰੀ ਸਕੂਲ ਹੁੰਦਾ 3 ਤੋਂ 6 ਸਾਲ ਦਾ ਬੱਚਾ, ਉੱਥੇ ਪੜ੍ਹਾਇਆ ਜਾਏਗਾ। 2 ਸਾਲ ਫਸਟ ਐਂਡ ਸੈਕੰਡ ਕਲਾਸ ਹੋਏਗੀ, ਠੀਕ ਹੈ। 6 ਤੋਂ 8 ਸਾਲ ਦੇ ਬੱਚੇ ਲਈ ਇਹ ਤੁਹਾਡੇ ਜਿਹੜੇ 5 ਸਾਲ ਹੋਣਗੇ ਤੁਹਾਡੇ ਫਾਊਂਡੇਸ਼ਨਲ ਹੋਣਗੇ। ਐਕਟੀਵਿਟੀ ਬੇਸਡ ਲਰਨਿੰਗ ਤੁਹਾਨੂੰ ਕਰਾਈ ਜਾਏਗੀ, ਠੀਕ ਹੈ। ਉਸ ਤੋਂ ਪਹਿਲਾਂ ਜਿਹੜੇ ਤੁਸੀਂ ਨੀਲਾ ਡੱਬਾ ਇੱਧਰ ਦੇਖ ਰਹੇ ਹੋ ਕੁਝ ਵੀ ਨਹੀਂ ਹੈ, ਕਿਉਂਕਿ ਇਹ ਰੈਗੂਲੇਟਡ ਹੀ ਨਹੀਂ ਸੀਗਾ, ਇਹ ਤੁਹਾਡੇ ਅਕੈਡਮਿਕ ਸਟਰਕਚਰ ਦਾ ਪਾਰਟ ਹੀ ਨਹੀਂ ਸੀਗਾ ਜਿਹੜਾ ਤੁਹਾਡਾ ਪ੍ਰੀ ਸਕੂਲ ਹੈ। ਹੁਣ ਇਹ ਚੀਜ਼ ਸਾਰੀ ਇੱਥੇ ਐਡ ਕੀਤੀ ਜਾਏਗੀ। 6 ਤੋਂ 8 ਸਾਲ ਦਾ ਬੱਚਾ ਤੇ 3 ਤੋਂ 6 ਸਾਲ ਦਾ ਬੱਚਾ, ਇਹਨਾਂ ਦੀ ਜਿਹੜੀ ਪੜ੍ਹਾਈ ਹੈ ਫਾਊਂਡੇਸ਼ਨਲ, ਉਹ ਇੱਥੇ ਰੈਗੂਲੇਟ ਕੀਤੀ ਜਾਏਗੀ, ਐਕਟੀਵਿਟੀ ਬੇਸਡ ਲਰਨਿੰਗ ਹੋਏਗੀ। ਫਿਰ ਤੁਸੀਂ ਆਓਗੇ ਮਿਡਲ ਦੇ ਵਿੱਚ, ਠੀਕ ਹੈ। ਪ੍ਰੈਪਰੇਟਰੀ
पहला 5 साल ਇੱਥੇ ਹੋ ਕੇ ਫਾਊਂਡੇਸ਼ਨਲ ਫਿਰ ਤੁਹਾਡਾ ਆ ਗਿਆ ਪ੍ਰੈਪਰੇਟਰੀ। ਇਹਦੇ ਵਿੱਚ ਵੀ ਪਲੇ, ਡਿਸਕਵਰੀ, ਐਕਟੀਵਿਟੀ ਬੇਸਡ ਇੰਟਰੈਕਟਿਵ ਕਲਾਸਰੂਮ ਲਰਨਿੰਗ ਜਿਹੜੀ ਹੈ ਤੁਹਾਡੀ ਸ਼ੁਰੂ ਹੋਗੀ 8 ਤੋਂ ਜਿਹੜਾ ਤੁਹਾਡਾ 11 ਸਾਲ ਦਾ ਬੱਚਾ ਹੈ। फिर आ गई मिडल स्टेज विच लर्निंग, इत्थे एक्सपेरिमेंटल लर्निंग होएगी, साइंस, मैथ्स, आर्ट्स ये सारी चीज़ां इंट्रोड्यूस कीतियां जानियां, सोशल साइंसिस, ह्यूमैनिटीज़, ये मिडल स्टेज होएगा 5+3+3 विच आ जिहड़ा दूजा वाला 3 है ये 3 साल वो तुहानूं कराया जाएगा, इहनूं मिडल स्टेज किया जाएगा। फिर है क्लास 9th to 12th 14 तो 18 साल का बच्चा, इहदे विच तुहानूं 4 साल लाने पैणगे। इहदे विच अलग-अलग डिसिपलिनस होणगे, क्रिटिकल थिंकिंग ਤੇ ਬੱਚਿਆਂ ਨੂੰ ਚੋਇਸ ਦਿੱਤੀ ਜਾਏਗੀ ਕਿ ਉਹ ਕਿਹੜੇ-ਕਿਹੜੇ ਸਬਜੈਕਟਸ ਪੜ੍ਹਨਾ ਚਾਹੁੰਦੇ ਨੇ। ਹੁਣ ਸਾਡੇ ਕੋਲ ਕੋਈ ਚੋਇਸ ਨਹੀਂ, ਪਹਿਲਾਂ ਕੀ ਸੀਗਾ 6 ਤੋਂ 16 ਸਾਲ ਦਾ ਬੱਚਾ, ਫਿਰ ਬਾਅਦ ਵਿੱਚ 10ਵੀਂ 12ਵੀਂ, ਮਤਲਬ ਪਹਿਲੀ ਤੋਂ 10ਵੀਂ ਤੱਕ ਆ ਇੱਕ ਬਲੌਕ, 10 11ਵੀਂ 12ਵੀਂ ਆ ਬਲੌਕ ਦੇ ਵਿੱਚ ਸੀਗੀ। ਤੁਹਾਨੂੰ ਕੋਈ ਸਪੈਸ਼ਲ ਸਕਿੱਲਸ ਡਿਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਸੀਗਾ, ਐਕਟੀਵਿਟੀ ਬੇਸਡ ਲਰਨਿੰਗ ਵੱਲ ਕੋਈ ਧਿਆਨ ਨਹੀਂ ਸੀਗਾ, ਪ੍ਰੀ ਸਕੂਲਿੰਗ ਵੱਲ ਕੋਈ ਧਿਆਨ ਨਹੀਂ ਸੀਗਾ। ਹੁਣ ਪਹਿਲਾਂ ਤੁਹਾਨੂੰ ਖੇਡ-ਖੇਡ ਵਿੱਚ ਸਿਖਾਇਆ ਜਾਏਗਾ, हौली हौली चीज़ां इंट्रोड्यूस करांगे, इत्थे सिर्फ पढ़ाया सिर्फ खेड विच माड़ा मोटा सिखाया जाएगा, फिर इहदे विच इंटरैक्शन दे थ्रू तुहानूं सिखाया जाएगा। इत्थे तुहानूं अलग-अलग सब्जैक्ट्स इंट्रोड्यूस किए जाणगे ते इत्थे तुहानूं चॉइस दित्ती जाएगी अलग-अलग सब्जैक्ट्स विचों चूज करन दी, ते इह हुण तुहाडा नवां स्ट्रक्चर होएगा पढ़ाई दा। ठीक है, उस तो बाद होर असीं की रिफॉर्म्स लैके आ रहे हां, आपां 360 डिग्री होलिस्टिक प्रोग्रेस कार्ड बनाया जाएगा बच्चे का। ਹੁਣ ਸਾਨੂੰ ਕੀ ਮਿਲਦਾ ਹੈ, ਤੁਹਾਨੂੰ ਮਿਲਦੀ ਹੈ ਇੱਕ ਰਿਪੋਰਟ ਕਾਰਡ, ਇਹਦੇ ਵਿੱਚ ਇੰਨੇ ਨੰਬਰ ਹੈ ਇੰਨੇ ਨੰਬਰ ਹੈ। ਹੁਣ ਪ੍ਰੋਪਰ ਇੱਕ ਹੋਲਿਸਟਿਕ ਪ੍ਰੋਗਰੈਸ ਕਾਰਡ ਬਣਾਈ ਜਾਏਗੀ ਬੱਚੇ ਦੀ, ਉਹਦੇ ਹਰ ਐਸਪੈਕਟ ਨੂੰ ਦੇਖਿਆ ਜਾਏਗਾ ਕਿ ਕਿੱਥੇ ਉਹਨੂੰ ਡਿਵੈਲਪਮੈਂਟ ਦੀ ਲੋੜ ਹੈ। ਇੱਕ 5ਵੀਂ ਕਲਾਸ ਤੱਕ ਤੁਸੀਂ ਆਪਣੀ ਮਦਰ ਟੰਗ ਦੇ ਵਿੱਚ ਜਿਹੜਾ ਹੈ ਜਾਂ ਹੋਮ ਲੈਂਗੁਏਜ ਦੇ ਵਿੱਚ ਜਿਹੜੀ ਤੁਹਾਡੀ ਰੀਜਨਲ ਲੈਂਗੁਏਜ ਹੈ ਉਹਦੇ ਵਿੱਚ ਤੁਸੀਂ ਪੜ੍ਹਾਈ ਕਰੋਗੇ। ਪ੍ਰੈਫਰ ਤਾਂ ਇਹ ਵੀ ਕੀਤਾ ਜਾ ਰਿਹਾ ਕਿ 8ਵੀਂ ਕਲਾਸ ਤੱਕ ਜਿਹੜਾ ਹੈ ਤੁਹਾਨੂੰ ਮਦਰ ਟੰਗ ਦੇ ਵਿੱਚ ਹੀ ਪੜ੍ਹਾਇਆ ਜਾਏ। ਠੀਕ ਹੈ, ਉਸ ਤੋਂ ਬਾਅਦ ਬੋਰਡ ਐਗਜ਼ਾਮ ਐਪਲੀਕੇਸ਼ਨ ਬੇਸਡ ਹੋਣਗੇ ਕਿ ਜਿਹੜੀ ਨੌਲੇਜ ਤੁਸੀਂ ਐਕਚੁਅਲੀ ਅਪਲਾਈ ਕਰ ਸਕੋ। ਤੁਸੀਂ ਬਚਪਨ ਤੋਂ ਇਹੀ ਕਹਿੰਦੇ ਕਿ ਯਾਰ ਅਸੀਂ ਕਿਉਂ ਪੜ੍ਹ ਰਹੇ, ਇਹ ਤੁਹਾਡੇ ਕੰਮ ਤਾਂ ਆਉਣਾ ਜ਼ਿੰਦਗੀ 'ਚ। ਹੁਣ ਉਹੀ ਗੱਲ ਨੂੰ ਫੋਲੋ ਕਰ ਰਹੇ ਨੇ ਕਿ ਉਹੀ ਪੜ੍ਹਾਓ, ਉਸੇ ਚੀਜ਼ ਦਾ ਟੈਸਟ ਕਰੋ ਜਿਹੜਾ ਤੁਹਾਡੀ ਜ਼ਿੰਦਗੀ ਵਿੱਚ ਵੀ ਕੰਮ ਆਉਣਾ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇੱਕ ਕਾਮਨ ਐਂਟਰੈਂਸ ਐਗਜ਼ਾਮ ਹੋਏਗਾ ਸਕੂਲ ਤੋਂ ਬਾਅਦ, ਇੱਕ ਕਾਮਨ ਐਂਟਰੈਂਸ ਐਗਜ਼ਾਮ ਜਿਹਦੇ ਬੇਸ ਤੇ ਤੁਹਾਡੇ ਜਿਹੜੇ ਨੇ ਕਾਲਜਸ ਦੇ ਵਿੱਚ ਐਡਮਿਸ਼ਨ ਹੋਣੀ। ਹੁਣ ਸਾਡੇ ਕੋਲ ਇੰਨੇ ਸਾਰੇ ਐਗਜ਼ਾਮ ਹੁੰਦੇ ਨੇ, फिर वो कह रहे कि एक कॉमन एंट्रेंस एग्जाम करना है हायर एजुकेशन इंस्टीट्यूट्स दे विच आफ्टर स्कूल एडमिशन लैण लई। टीचर्स दे प्रोफेशनल स्टैंडर्ड्स डेवलप किए जाएंगे, टीचर ट्रेनिंग ते ध्यान दिता जाएगा। ठीक है, ते ये सारी चीज़ां जिहड़ियां ने आपां स्कूल। नैक्सट है काकरापर एटॉमिक प्लांट अचीव्स क्रिटिकलिटी। काकरापर एटॉमिक प्लांट है जिहड़ा, ठीक है, वो कित्थे पाया जाता है, गुजरात विच पाया जाता है। इट इज़ एन इंडिजीनियसली डिवेलप्ड 700 मेगावाट रिएक्टर। ठीक है, इनू मोदी जी ने शाइनिंग एग्जाम्पल ऑफ मेक इन इंडिया बोला है। ठीक है, तो ये जो एटॉमिक पावर प्लांट है ये हुण इस टाइम सब तो बड़ा रिएक्टर है साडे कोल जिहड़ा इंडिजीनियसली डिवेलप्ड है गुजरात विच है। ठीक है, हुण ये न्यूक्लियर रिएक्टर है, न्यूक्लियर रिएक्टर है, इहदे विच इहने क्रिटिकलिटी अचीव कीती है, मतलब नाउ ये जिहड़ा है इट इज सैट टू जनरेट पावर। ठीक है, तो इहदे विच यूज की हो रहा है न्यूक्लियर फिशन। फिशन का मतलब हुंदा है कि व्हेन अ बिगर थिंग is broken down and splits into two smaller parts। ठीक है, तो ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਨਿਊਕਲੀਅਰ ਫਿਸ਼ਨ ਦੇ ਅੰਦਰ ਅਸੀਂ ਇੱਕ ਹੈਵੀ ਅਨਸਟੇਬਲ ਨਿਊਕਲੀਅਸ ਲੈਂਦੇ ਆ and it is hit by a neutron and it splits into two lighter and stable nuclei। ठीक है, ਤੁਹਾਡੇ ਕੋਲ ਇੱਕ अनस्टेबल bigger nucleus है। ठीक है, it is hit by a neutron and it splits into two स्टेबल न्यूक्लियाई। ठीक है, जेड़ा ए प्रोसेस है कि आ जेड़ा अनस्टेबल न्यूक्लियस है इट इज स्प्लिट इनटू टू न्यूक्लियाई, ਇਹਦੇ ਨਾਲ ਕੀ ਹੁੰਦਾ ਹੈ, ਇਹਨੂੰ ਫਿਸ਼ਨ ਕਹਿੰਦੇ ਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ એનર્ਜੀ ਪ੍ਰੋਡਿਊਸ ਹੁੰਦੀ ਹੈ। ਉਹੀ ਜਿਹੜੀ ਜਿਹੜਾ ਫਿਸ਼ਨ ਦਾ ਪ੍ਰੋਸੈਸ ਹੈ ਇਹੀ ਆਪਾਂ ਯੂਜ਼ ਕਰਦੇ ਆ ਆਪਣੇ ਐਟੋਮਿਕ ਪਾਵਰ ਪਲਾਂਟ ਦੇ ਅੰਦਰ। ਠੀਕ ਹੈ, ਫਿਸ਼ਨ ਇਜ਼ ਅ ਪ੍ਰੋਸੈਸ ਇਨ ਵਿਚ ਦ ਨਿਊਕਲੀਅਸ ਆਫ ਐਨ ਐਟਮ splits into two or more smaller nuclei and some byproduct। ठीक है, ਇਹਦੇ ਨਾਲ ਬਹੁਤ ਜ਼ਿਆਦਾ એનર્ਜੀ ਪ੍ਰੋਡਿਊਸ ਹੁੰਦੀ ਹੈ, ਉਹੀ એનર્ਜੀ ਜਿਹੜੀ ਹੈ ਉਹਦੇ ਨਾਲ ਤੁਸੀਂ ਸਟੀਮ ਜਨਰੇਟ ਕਰਦੇ ਹੋ, ਵਾਟਰ ਦੇ ਨਾਲ ਸਟੀਮ ਜਨਰੇਟ ਕਰਦੇ ਹੋ ਐਂਡ ਦੈਟ ਇਜ਼ ਯੂਜ਼ਡ, ਜਿਹਦੇ ਨਾਲ ਟਰਬਾਈਨਸ ਚੱਲਦੀਆਂ ਨੇ ਤੇ ਨਾਲ ਸਾਡੇ ਕੋਲ ਫਿਰ એનર્ਜੀ ਜਿਹੜੀ ਹੈ ਆਪਾਂ ਪ੍ਰੋਡਿਊਸ ਕਰਦੇ ਹਾਂ। ਠੀਕ ਹੈ, ਥੋੜੇ ਜਿਹੀ ਜਿਹੜਾ ਅਸੀਂ ਸਾਡੇ ਕੋਲ ਨਿਊਕਲੀਅਰ ਫਿਊਲ ਹੈ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਮਿਲੀਅਨ ਟਾਈਮਸ ਮੋਰ ਜਿਹੜੀ ਹੈ એનર્ਜੀ ਪ੍ਰੋਡਿਊਸ ਕਰ ਸਕਦੇ ਹਾਂ ਐਜ਼ ਕੰਪੇਅਰ ਟੂ what 1 kg of coal can do। ठीक है,
ਤੇ ਹੁਣ ਇੰਡੀਆ ਜਿਹੜਾ ਹੈ ਉਹਦੇ ਕਾਕਰਾਪਾਰ ਐਟੋਮਿਕ ਪਲਾਂਟ ਤੇ ਕ੍ਰਿਟੀਕੈਲਿਟੀ ਅਚੀਵ ਕਰ ਲਈ ਹੈ, ਯਾਨੀ ਕਿ ਇਹ ਜਿਹੜਾ ਪਾਵਰ ਹੈ ਇਹ ਜਨਰੇਟ ਕਰੇਗਾ। ਨੈਕਸਟ ਸਾਡੇ ਕੋਲ ਜਿਹੜਾ ਟੌਪਿਕ ਹੈ ਉਹ ਹੈ RIC ਗਰੁੱਪਿੰਗ। RIC ਯਾਨੀ ਕਿ ਰਸ਼ੀਆ, ਇੰਡੀਆ, ਚਾਈਨਾ ਦੀ ਗਰੁੱਪਿੰਗ। ਇਹਨੂੰ ਕਨਸੀਵ ਕਿਹਨੇ ਕੀਤਾ ਸੀ? ਸਭ ਤੋਂ ਪਹਿਲਾਂ ਰਸ਼ੀਅਨ ਫੋਰਨ ਮਿਨਿਸਟਰ ਯੇਵਗੇਨੀ ਪ੍ਰਿਮਾਕੋਵ 1998 ਵਿੱਚ ਕੀਤਾ ਸੀਗਾ। ਤੇ ਹੁਣ ਪੀਸੀਐਸ ਵਿੱਚ ਨਾ ਏਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਆ ਕਿ ਸਭ ਤੋਂ ਪਹਿਲਾਂ ਬ੍ਰਿਕਸ ਟਰਮ ਕਿਹਨੇ ਕੋਇਨ ਕੀਤਾ ਸੀਗਾ, ਰਸ਼ੀਆ, ਇੰਡੀਆ, ਚਾਈਨਾ ਗਰੁੱਪਿੰਗ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਕਿਹਨੇ ਕਨਸੀਵ ਕੀਤਾ ਸੀਗਾ। ਤਾਂ ਯੂ ਹੈਵ ਟੂ ਰਿਮੈਂਬਰ ਦਿਸ ਕਿ ਰਸ਼ੀਆ ਦੇ ਫੋਰਨ ਮਿਨਿਸਟਰ ਯੇਵਗੇਨੀ ਪ੍ਰਿਮਾਕੋਵ ਨੇ 1998 ਦੇ ਵਿੱਚ ਇਹਨੂੰ ਕਨਸੀਵ ਕੀਤਾ ਸੀਗਾ। ਇਹ ਕਿਉਂ ਕਨਸੀਵ ਕੀਤਾ ਗਿਆ ਸੀਗਾ? ਉਹ ਚਾਹੁੰਦੇ ਸੀਗੇ ਕਿ ਜਿਹੜੀ ਸਾਡੀ ਫੋਰਨ ਪਾਲਿਸੀ ਹੈ ਇਟ ਸ਼ੁੱਡ ਨਾਟ ਬੀ ਸਬਸਰਵੀਐਂਟ ਟੂ ਯੂਐਸ। ਠੀਕ ਹੈ, ਸਾਡੀ ਜਿਹੜੀ ਪਾਲਿਸੀ ਹੈ ਤਿੰਨਾਂ ਕੰਟਰੀਜ਼ ਦੀ ਇਟ ਸ਼ੁੱਡ ਨਾਟ ਬੀ ਗਾਈਡਡ ਬਾਈ ਦ ਯੂਐਸ। ਅਸੀਂ ਯੂਐਸ ਦੇ ਥੱਲੇ ਲੱਗ ਕੇ ਨਹੀਂ ਰਹਿਣਾ ਹੈ। ਯੂਐਸ ਵਾਜ਼ ਅ ਵੈਰੀ ਪਾਵਰਫੁਲ ਕੰਟਰੀ ਐਟ दैट ਟਾਈਮ। ਠੀਕ ਹੈ, ਤੇ ਅਸੀਂ ਇਹ ਵੀ ਕਰਨਾ ਹੈ ਕਿ ਰਸ਼ੀਆ, ਚਾਈਨਾ ਤੇ ਇੰਡੀਆ ਨੂੰ ਆਪਣੇ ਪੁਰਾਣੇ ਟਾਈਜ਼ ਹੈ ਉਹਨਾਂ ਨੂੰ ਰੀਨਿਊ ਕਰਨਾ ਹੈ। ਠੀਕ ਹੈ, ਰਸ਼ੀਆ ਨੇ ਕੀ ਕਰਨਾ ਸੀਗਾ? ਆਪਣੇ ਟਾਈਜ਼ ਹੈ ਇੰਡੀਆ ਨਾਲ ਰੀਨਿਊ ਕਰਨੇ ਸੀਗੇ, ਤੇ ਜਿਹੜੀ ਚਾਈਨਾ ਨਾਲ ਉਹਨਾਂ ਦੀ ਉਸ ਟਾਈਮ ਤੇ ਨਵੀਂ ਜਿਹੜੀ ਦੋਸਤੀ ਵੱਧ ਰਹੀ ਸੀਗੀ 1990s ਦੇ ਵਿੱਚ, ਉਹਨੂੰ ਵੀ ਹੋਰ ਉਹਦੇ ਵਿੱਚ ਵਾਧਾ ਕਰਨਾ ਹੈ। ਉਹਦੇ ਲਈ ਫਿਰ ਰਸ਼ੀਆ, ਇੰਡੀਆ, ਚਾਈਨਾ ਗਰੁੱਪਿੰਗ ਦੀ ਗੱਲ ਕੀਤੀ ਸੀਗੀ ਉਸ ਟਾਈਮ ਦੇ ਫੋਰਨ ਮਿਨਿਸਟਰ ਨੇ। RIC ਇੰਨਾ ਇੰਪੋਰਟੈਂਟ ਕਿਉਂ ਹੈ? ਦੁਨੀਆ ਦਾ 19% ਗਲੋਬਲ ਲੈਂਡ ਮਾਸ ਜਿਹੜਾ ਹੈ ਇਹਨਾਂ ਤਿੰਨ ਕੰਟਰੀਜ਼ ਦੇ ਕੋਲ ਹੈ। 33% ਗਲੋਬਲ GDP ਇਹਨਾਂ ਕੰਟਰੀਜ਼ ਦੇ ਕੋਲ ਹੈ। ਤਿੰਨੋਂ ਨਿਊਕਲੀਅਰ ਪਾਵਰਸ ਨੇ। ਠੀਕ ਹੈ, ਰਸ਼ੀਆ ਤੇ ਚਾਈਨਾ ਯੂਨਾਈਟਿਡ ਨੇਸ਼ਨਸ ਕਾਉਂਸਲ ਦੇ ਪਰਮਾਨੈਂਟ ਮੈਂਬਰ ਹੈ। ਇੰਡੀਆ ਪਰਮਾਨੈਂਟ ਮੈਂਬਰ ਬਣਨਾ ਚਾਹੁੰਦਾ ਹੈ। ਠੀਕ ਹੈ, ਤੇ ਇਹ ਦੁਨੀਆ ਨੂੰ ਇੱਕ ਨਿਊ ਇਕਨੋਮਿਕ ਸਟਰਕਚਰ ਪ੍ਰੋਵਾਈਡ ਕਰ ਸਕਦੇ ਨੇ। ਹੁਣ ਤੁਸੀਂ ਦੇਖੋ IMF ਹੋ ਗਿਆ, ਵਰਲਡ ਬੈਂਕ ਹੋ ਗਿਆ, ਇਹ ਡੋਮੀਨੇਟਡ ਬਾਈ ਯੂਰਪ ਐਂਡ US ਹੈ। ਅਸੀਂ ਉਹਨਾਂ ਨੂੰ ਆਲਟਰਨੇਟਿਵ ਇਕਨੋਮਿਕ ਇੰਸਟੀਟਿਊਸ਼ਨਸ ਪ੍ਰੋਵਾਈਡ ਕਰ ਸਕਦੇ ਹਾਂ। ਠੀਕ ਹੈ, ਆਪਾਂ ਇਸ ਰੀਜਨ ਦੇ ਵਿੱਚ ਕੋਈ ਵੀ ਡਿਜ਼ਾਸਟਰ ਹੋਵੇ, ਹਿਊਮੈਨਿਟੇਰੀਅਨ ਅਸਿਸਟੈਂਸ ਪ੍ਰੋਵਾਈਡ ਕਰਨੀ ਹੋਵੇ, ਇਹ ਤਿੰਨ ਕੰਟਰੀਜ਼ ਬਹੁਤ ਜ਼ਿਆਦਾ ਪਾਵਰਫੁਲ ਨੇ ਜੇ ਇਹ ਇਕੱਠੀਆਂ ਹੋ ਜਾਣ। ਠੀਕ ਹੈ, ਤੇ ਪਹਿਲਾਂ ਕੀ ਸੀਗਾ? ਯੂਨੀਪੋਲਰ ਵਰਲਡ ਸੀਗਾ, ਯਾਨੀ ਕਿ ਦੁਨੀਆ ਵਿੱਚ ਇੱਕ ਪੋਲ ਸੀਗਾ। ਪਹਿਲਾਂ ਤਾਂ ਤੁਹਾਡੇ ਕੋਲ ਦੋ ਕੰਟਰੀਆਂ ਸੀਗੀਆਂ ਕੋਲਡ ਵਾਰ ਦੇ ਟਾਈਮ ਤੇ, ਕਿਹੜੀਆਂ? ਰਸ਼ੀਆ ਐਂਡ US। ਦੇ ਵਰ ਫਾਈਟਿੰਗ। ਰਸ਼ੀਆ USSR ਉਸ ਟਾਈਮ ਤੇ ਥੱਲੇ ਚਲਾ ਗਿਆ। US ਜਿਹੜਾ ਹੈ ਉਹਦੀ ਹੈਜੀਮੋਨੀ ਹੋ ਗਈ, ਵਰਲਡ ਤੇ ਡੋਮੀਨੈਂਸ ਹੋ ਗਈ। ਹੁਣ ਕੀ ਹੋ ਰਿਹਾ? ਹੁਣ ਤੁਸੀਂ ਕਿਸੇ ਇੱਕ ਕੰਟਰੀ ਨੂੰ ਵਰਲਡ ਦੀ ਇਕਲੌਤੀ ਸੁਪਰ ਪਾਵਰ ਨਹੀਂ ਕਹਿ ਸਕਦੇ ਕਿ ਇੱਕ ਹੀ ਕੰਟਰੀ ਹੈ। ਹੁਣ ਅਸੀਂ ਯੂਨੀਪੋਲਰ ਤੋਂ ਮਲਟੀਪੋਲਰ ਵਰਲਡ ਵੱਲ ਜਾ ਰਹੇ ਹਾਂ। ਮਲਟੀਪਲ ਪਾਵਰਸ ਹੈ ਇਸ ਟਾਈਮ ਦੁਨੀਆ ਤੇ। ਉਹਦੇ ਵਿੱਚ RIC ਜਿਹੜੀ ਹੈ ਰਸ਼ੀਆ, ਇੰਡੀਆ, ਚਾਈਨਾ ਗਰੁੱਪਿੰਗ ਹੈ, ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਇੰਡੀਆ ਵੀ ਸੁਪਰ ਪਾਵਰ ਬਣਨਾ ਚਾਹੁੰਦਾ ਹੈ, ਚਾਈਨਾ, ਰਸ਼ੀਆ ਸਾਰੇ ਸੁਪਰ ਪਾਵਰਸ ਬਣਨਾ ਚਾਹੁੰਦੇ ਨੇ। ਠੀਕ ਹੈ, ਤੇ ਇਹ ਰੀਜਨ ਤਿੰਨੋਂ ਕੰਟਰੀਜ਼ ਇਕੱਠੀਆਂ ਨੇ, ਇਕਨੋਮਿਕ ਪਾਵਰ ਤਿੰਨਾਂ ਕੋਲ ਹੈ, ਨਿਊਕਲੀਅਰ ਪਾਵਰ ਹੈ, UN ਵਿੱਚ ਸੇ ਹੈ ਤਿੰਨਾਂ ਦੀ। ਠੀਕ ਹੈ, ਤੇ ਤਿੰਨਾਂ ਦਾ ਇਕੱਠੇ ਮਿਲ ਕੇ ਕੰਮ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੰਡੀਆ ਨੂੰ ਰਸ਼ੀਆ ਦੀ ਵੀ ਲੋੜ ਹੈ। ਠੀਕ ਹੈ, ਇੰਡੀਆ ਨੂੰ ਚਾਈਨਾ ਦੀ ਵੀ ਲੋੜ ਹੈ। ਸੇਮ ਦੇ ਆਲਸੋ ਨੀਡ ਇੰਡੀਆ। ਠੀਕ ਹੈ, ਹੁਣ ਭਾਵੇਂ ਇੰਡੀਆ ਦੀ ਚਾਈਨਾ ਨਾਲ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ, ਲੇਕਿਨ ਅਸੀਂ ਹਮੇਸ਼ਾ ਇਹ ਚੀਜ਼ ਯਾਦ ਰੱਖਣੀ ਹੈ ਸਾਡੇ ਬਾਰਡਰ ਇਸ਼ੂਜ਼ ਜਿਹੜੇ ਨੇ ਉਹ ਅਲੱਗ ਚੱਲਦੇ ਰਹਿਣ। ਠੀਕ ਹੈ, ਉਹ ਅਸੀਂ ਅਲੱਗ ਫਾਰਮਲੀ ਹੈਂਡਲ ਕਰਨੇ ਆ, ਲੇਕਿਨ ਅਸੀਂ ਇਸ ਹੀ ਚੀਜ਼ ਨੂੰ ਆਪਣੇ ਚਾਈਨਾ ਦੇ ਨਾਲ ਸਾਰੇ ਦੇ ਸਾਰੇ ਰਿਲੇਸ਼ਨ ਨੂੰ ਡੋਮੀਨੇਟ ਨਹੀਂ ਕਰਨ ਦੇਣਾ ਹੈ। ਅਸੀਂ ਇਕਨੋਮਿਕ ਇੰਟਰਸਟ ਵੀ ਆਪਣੇ ਧਿਆਨ ਵਿੱਚ ਰੱਖਣੇ ਨੇ। ਠੀਕ ਹੈ, ਅਸੀਂ ਪੂਰੀ ਤਰੀਕੇ ਨਾਲ ਇਸ ਟਾਈਮ ਤੇ US ਤੇ ਡਿਪੈਂਡ ਵੀ ਨਹੀਂ ਹੋ ਸਕਦੇ ਕਿ ਚਲੋ ਰਸ਼ੀਆ ਤੇ ਚਾਈਨਾ ਨਾਲ ਘੱਟ ਬਣ ਰਹੀ ਹੈ, US ਤੇ ਟੋਟਲੀ ਡਿਪੈਂਡੈਂਟ ਹੋ ਜਾਓ। ਤੁਸੀਂ ਆਪਣੀ ਸਿਕਿਉਰਿਟੀ ਜਿਹੜੀ ਹੈ ਉਹ ਦੂਜੀ ਕੰਟਰੀ ਤੇ ਨਹੀਂ ਡਿਪੈਂਡ ਹੋ ਸਕਦੇ। ਠੀਕ ਹੈ, ਯੂ ਨੀਡ ਟੂ ਹੈਵ ਸਟਰੋਂਗ ਟਾਈਜ਼ ਵਿਦ ਅ ਲੋਟ ਆਫ ਕੰਟਰੀਜ਼। ਤੁਸੀਂ ਆਪ ਵੀ ਜਿਹੜਾ ਹੈ ਸਟਰੋਂਗ ਬਣਨਾ ਹੈ, ਯੂ ਨੀਡ ਟੂ ਹੈਵ ਸਟਰੋਂਗ ਟਾਈਜ਼ ਵਿਦ ਮਲਟੀਪਲ ਕੰਟਰੀਜ਼। ਕੱਲ ਜੇ US ਨੇ ਸਾਡਾ ਸਾਥ ਛੱਡ ਦਿੱਤਾ, ਵੀ ਨੀਡ ਟੂ ਹੈਵ ਅਦਰ ਸਪੋਰਟ ਫਰਮ ਦ ਵਰਲਡ ਆਲਸੋ। ਠੀਕ ਹੈ, ਤਾਂ ਸਾਡੇ ਕੋਲ ਚਾਈਨਾ ਨਾਲ ਵਧੀਆ ਰਿਲੇਸ਼ਨ ਬਣਾਉਣਾ ਜ਼ਰੂਰੀ ਹੈ, ਰਸ਼ੀਆ ਨਾਲ ਜ਼ਰੂਰੀ ਹੈ। ਅਸੀਂ ਬ੍ਰਿਕਸ ਦੇ ਵਿੱਚ, ਬ੍ਰਿਕਸ ਜਿਹੜੀ ਗਰੁੱਪਿੰਗ ਹੈ ਉਹਦੇ ਵਿੱਚ ਵੀ ਅਸੀਂ ਚਾਈਨਾ ਤੇ ਰਸ਼ੀਆ ਦੇ ਨਾਲ ਹੈਗੇ ਆ। ਠੀਕ ਹੈ, ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਉਹ ਵਰਲਡ ਨੂੰ ਤਰੀਕੇ ਨਾਲ ਨਹੀਂ ਰਿਪਰੈਜ਼ੈਂਟ ਕਰ ਰਿਹਾ, ਉਹਦੇ ਵਿੱਚ ਵੀ ਚਾਈਨਾ, ਰਸ਼ੀਆ, ਜਿਹੜਾ ਰਸ਼ੀਆ ਸਪੈਸ਼ਲੀ ਜਿਹੜਾ ਹੈ ਸਾਡਾ ਉਹ ਸਪੋਰਟ ਕਰਦਾ ਹੈ। ਸ਼ੰਘਾਈ ਜਿਹੜੀ ਕਾਰਪੋਰੇਸ਼ਨ ਹੈ, SCO ਜਿਹੜਾ ਹੈ ਉਹਦੇ ਵਿੱਚ ਵੀ ਇੰਡੀਆ, ਚਾਈਨਾ ਤੇ ਰਸ਼ੀਆ ਇਕੱਠੇ ਹੈ। SCO ਜਿਹੜਾ ਹੈ ਇਹਦੇ ਵਿੱਚ ਸੈਂਟਰਲ ਏਸ਼ੀਅਨ ਕੰਟਰੀਜ਼ ਵੀ ਹੈਗੀਆਂ ਨੇ ਕਿੰਨੀਆਂ ਸਾਰੀਆਂ। ਇਹ ਜਿਹੜੀ ਸਾਡੀ ਸ਼ੰਘਾਈ ਕਾਰਪੋਰੇਸ਼ਨ ਹੈ, ਆਰਗੇਨਾਈਜੇਸ਼ਨ ਹੈ, ਉਹਦੇ ਵਿੱਚ
ਰਸ਼ੀਆ ਵੀ ਸਾਡੇ ਨਾਲ ਹੈ, ਉਹਦੇ ਵਿੱਚ ਚਾਈਨਾ ਵੀ ਸਾਡੇ ਨਾਲ ਹੈ, ਐਂਡ ਸੈਂਟਰਲ ਏਸ਼ੀਅਨ ਕੰਟਰੀਜ਼ ਵੀ ਸਾਡੇ ਨਾਲ ਨੇ। ਤੇ ਸੈਂਟਰਲ ਏਸ਼ੀਅਨ ਕੰਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਨੇ ਉਹ એનર્ਜੀ ਰਿਚ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਰਿਸੋਰਸਿਸ ਨੇ, ਤਾਂ ਸਾਨੂੰ ਉਹਦਾ ਐਕਸੈਸ ਵੀ ਚਾਹੀਦਾ ਹੈ। ਐਸਸੀਓ ਦੇ ਵਿੱਚ ਪਾਕਿਸਤਾਨ ਵੀ ਹੈ, ਠੀਕ ਹੈ। ਤੇ ਕਿੰਨੀਆਂ ਸਾਰੀ ਗਰੁੱਪਿੰਗਸ ਦੇ ਵਿੱਚ ਸਾਡੇ ਕੋਲ ਰਸ਼ੀਆ ਐਂਡ ਚਾਈਨਾ ਹੈ, ਐਂਡ ਰਸ਼ੀਆ ਚਾਈਨਾ ਦੇ ਨਾਲ ਜੇ ਸਾਡੇ ਵਧੀਆ ਰਿਲੇਸ਼ਨ ਨੇ ਤੇ ਫਿਰ ਸਾਡੀ ਜਿਹੜੀ ਹੈ ਉਹ ਸਾਡੀ ਇਕਨੋਮਿਕ ਗਲੋਬਲ ਪਾਵਰ ਨੂੰ ਇਨਕਰੀਜ਼ ਕਰਨ ਵਿੱਚ ਸਾਡੀ ਹੈਲਪ ਕਰੇਗਾ। ਇਸ ਲਈ ਹਾਈ ਟਾਈਮ, although we don't have very good relations with China right now, and still we need to foster good relationship with Russia as well as China, क्योंकि साडी जिहड़ी पॉलिसी है, जिहड़ी साडी फॉरेन पॉलिसी है, वो किसी एक चीज से डिपेंड नहीं रह सकती कि चलो पाकिस्तान नाल बॉर्डर ते लड़ाई होगी, पाकिस्तान नाल सारे टाइज तोड़ दो, चाइना नाल लड़ाई होगी, चाइना नाल सारे टाइज तोड़ दो, यूएस ने साडे खिलाफ कुछ बोलता टाइज तोड़ दो, ऐदा नहीं होता है। तो सेम ਅਸੀਂ किसी एक चीज ਨੂੰ डोमिनेट नहीं ਕਰਨ देना है, and we need to have multiple countries that support us on international arena, and RIC ਜਿਹੜੀ grouping है that is also very important even at this point of time। अगले ਜਿਹੜੇ ਦੋ टॉपिक्स ने वो मैं ਤੁਹਾਨੂੰ PDF ਚ ਦਊਂਗੀ। I don't think there is a need to discuss it कि we had celebrated World Tiger Day, ठीक है। ਅਸੀਂ अगला ਜਿਹੜਾ ਤੁਹਾਡੇ ਕੋਲ ਟੌਪਿਕ ਹੈ that is African swine fever, ਠੀਕ ਹੈ। ਐਂਡ ਜਿਹੜੇ ਦੋ ਟੌਪਿਕਸ ਨੇ ਮੈਂ ਤੁਹਾਨੂੰ ਦੱਸਦਾ, ਵਰਲਡ ਟਾਈਗਰ ਡੇ ਐਂਡ ਇਸਤਾਨਬੁਲ ਕਨਵੈਨਸ਼ਨ, ਇਹ ਤੁਹਾਨੂੰ PDF ਵਿੱਚ ਦਿੱਤਾ ਜਾਏਗਾ, ਆਈ ਵਿਲ ਨਾਟ ਬੀ ਡਿਸਕਸਿੰਗ ਇਟ, ਠੀਕ ਹੈ। ਅਫਰੀਕਨ ਸਵਾਈਨ ਫੀਵਰ ਵਾਜ਼ ਇਨ ਨਿਊਜ਼, ਇੰਡੀਅਨ ਐਕਸਪ੍ਰੈਸ ਦਾ ਆਰਟੀਕਲ ਆਇਆ ਸੀਗਾ ਕਿ ਪਹਿਲਾਂ ਤਾਂ ਲੋਕਡਾਊਨ ਕਾਰਨ ਇਹਨਾਂ ਨੁਕਸਾਨ ਹੋ ਰਿਹਾ, ਉੱਪਰੋਂ ਅਸਾਮ ਦੀ ਜਿਹੜੀ ਇੰਡਸਟਰੀ ਹੈ, ਪੋਰਕਾਈਨ ਇੰਡਸਟਰੀ ਹੈ, ਉਹਨੂੰ ਨੁਕਸਾਨ ਹੋ ਰਿਹਾ ਹੈ ਬਿਕੋਜ਼ ਆਫ ਦੀ ਆਊਟਬ੍ਰੇਕ ਆਫ ਦੀ ਅਫਰੀਕਨ ਸਵਾਈਨ ਫੀਵਰ, ਠੀਕ ਹੈ। ਜਿਹਦੇ ਕਾਰਨ there has been killing of around 17,000 pigs in Assam and around 4,500 in Arunachal Pradesh। ਇਹ ਪਹਿਲੀ ਵਾਰ ਹੈ ਜਿਹੜਾ ਅਫਰੀਕਨ ਸਵਾਈਨ ਫੀਵਰ ਹੈ ਇੰਡੀਆ ਦੇ ਵਿੱਚ ਆਇਆ ਹੈ, ਫਰਸਟ ਟਾਈਮ ਰਿਪੋਰਟ ਹੋਇਆ ਹੈ। ਇਹ ਬਾਕੀ ਚਾਈਨਾ ਦੇ ਵਿੱਚ ਇਸ ਟਾਈਮ ਤੇ ਚੱਲ ਰਿਹਾ ਹੈ, ਮੰਗੋਲੀਆ, ਵੀਅਤਨਾਮ, ਕੰਬੋਡੀਆ, ਮਿਆਂਮਾਰ, ਫਿਲੀਪੀਨਸ, ਕੋਰੀਆ, ਇੰਡੋਨੇਸ਼ੀਆ, ਜਿਹੜੀਆਂ ਸਾਊਥ ਈਸਟ ਏਸ਼ੀਅਨ ਕੰਟਰੀਜ਼ ਨੇ ਉਹਦੇ ਵਿੱਚ ਇਹ ਕਾਫੀ ਫੈਲਿਆ ਹੋਇਆ ਹੈ, ਏਸ਼ੀਅਨ ਕੰਟਰੀਜ਼ ਵਿੱਚ ਫੈਲਿਆ ਹੋਇਆ ਹੈ। ਇਹ ਬਹੁਤ ਜ਼ਿਆਦਾ ਕੰਟੇਜੀਅਸ ਹੈ एंड फेटल एनिमल डिजीज है। ਇਹ ਕਿਹਨੂੰ ਕਿਹਨੂੰ ਹੁੰਦਾ ਹੈ, ਡੋਮੈਸਟਿਕ ਐਂਡ ਵਾਈਲਡ ਪਿਗਸ ਨੂੰ ਹੁੰਦਾ ਹੈ। ਹੈਮੋਰੇਜਿਕ ਫੀਵਰ ਹੈ, ਇਹਦਾ ਕੋਈ ਇਲਾਜ ਨਹੀਂ ਹੈ, ਠੀਕ ਹੈ। ਸਭ ਤੋਂ ਪਹਿਲਾਂ ਇਹ ਅਫਰੀਕਾ ਦੇ ਵਿੱਚ ਆਇਆ ਸੀਗਾ 1920s ਦੇ ਵਿੱਚ, ਇਹਦਾ ਕੋਈ ਇਲਾਜ ਨਹੀਂ ਹੈ, ਯਾਨੀ ਕਿ ਮੋਰਟੈਲਿਟੀ 100% ਹੈ। ਮਤਲਬ ਜਿਹਨੂੰ ਇਹ ਫੀਵਰ ਹੋ ਗਿਆ ਅਫਰੀਕਨ ਸਵਾਈਨ ਫੀਵਰ, ਜਿਸ ਐਨੀਮਲ ਨੂੰ, ਪਿਗ ਨੂੰ, ਹੀ ਇਜ਼ ਸਪੋਜ਼ਡ ਟੂ ਡਾਈ। ਤਾਂ ਇਹਦਾ ਕੋਈ ਹੁਣ ਤੁਸੀਂ ਕੀ ਕਰ ਸਕਦੇ ਹੋ, ਤੁਹਾਡੇ ਕੋਲ ਜਿੰਨੇ ਵੀ ਫੀਵਰ ਜਿਹਨਾਂ ਨੂੰ ਹੋਇਆ ਤੁਹਾਨੂੰ ਕਲਿੰਗ ਕਰਨੀ ਪੈਣੀ ਤੇ ਉਹਨਾਂ ਨੂੰ ਮਾਰਨਾ ਪੈਣਾ, ਇਹਦੇ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਚਾਰਾ ਹੀ ਨਹੀਂ ਹੈ। ਹੁਣ ਜਿਹੜੇ ਇਹਦੇ ਵਿੱਚ ਟ੍ਰੇਡ ਕਰਦੇ ਨੇ ਉਹਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਕਿ they have to kill all these animals, ਤੇ ਉਹਨਾਂ ਦਾ ਟ੍ਰੇਡਿੰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਲੇਕਿਨ ਹਾਲੇ ਤੱਕ ਅਫਰੀਕਨ ਸਵਾਈਨ ਫੀਵਰ ਜਿਹੜਾ ਹੈ ਉਹਦੀ ਕੋਈ ਵੀ ਰਿਪੋਰਟ ਨਹੀਂ ਹੈ ਕਿ ਇਟ ਸਪਰੈਡਸ ਫਰੋਮ ਐਨੀਮਲਸ ਟੂ ਹਿਊਮਨ। ਹਾਲੇ ਤੱਕ ਸਾਨੂੰ ਇਹੀ ਪਤਾ ਹੈ ਕਿ ਇਟ ਸਪਰੈਡਸ ਫਰੋਮ ਐਨੀਮਲਸ ਟੂ ਐਨੀਮਲਸ ਓਨਲੀ, ਹਾਲੇ ਤੱਕ ਹਿਊਮਨਸ ਨੂੰ ਇਹਦਾ ਕੋਈ ਵੀ ਥ੍ਰੈਟ ਨਹੀਂ ਹੈ, ਠੀਕ ਹੈ। ਤੇ ਇਹਦੀ ਟ੍ਰਾਂਸ ਬਾਉਂਡਰੀ ਜਿਹੜਾ ਸਪਰੈਡ ਹੈ ਉਹ ਬਹੁਤ ਜ਼ਿਆਦਾ ਹਾਈ ਹੈ, ਠੀਕ ਹੈ, ਪੂਰੀ ਰੀਜਨ ਦੇ ਵਿੱਚ ਫੈਲ ਚੁੱਕਿਆ ਹੈ। ਪਹਿਲਾਂ ਸਿਰਫ ਅਫਰੀਕਾ ਦੇ ਵਿੱਚ ਸੀਗਾ, ਹੁਣ ਤੁਸੀਂ ਦੇਖੋ ਪੂਰੀ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦੇ ਵਿੱਚ ਇਹ ਫੈਲ ਚੁੱਕਾ ਹੈ, ਠੀਕ ਹੈ। ਐਂਡ ਇਹ ਤੁਹਾਡੀ ਇਨਕਮ ਨੂੰ ਇੰਪੈਕਟ ਕਰੇਗਾ ਕਿਉਂਕਿ ਜਿਨ੍ਹਾਂ ਦਾ ਇਹ ਬਿਜ਼ਨਸ ਹੈ ਉਹਨੂੰ ਇੰਪੈਕਟ ਕਰ ਰਿਹਾ ਹੈ, ਠੀਕ ਹੈ। ਉਸ ਤੋਂ ਬਾਅਦ ਸਾਡੀ ਗਲੋਬਲ ਫੂਡ ਸਿਕਿਉਰਿਟੀ, ਜਿਹੜੇ ਲੋਕ ਪਿਗਸ ਨੂੰ ਕੰਜ਼ਿਊਮ ਕਰਦੇ ਨੇ, ਠੀਕ ਹੈ, ਉਹਨਾਂ ਦੇ ਲਈ ਤਾਂ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਅਫਰੀਕਨ ਸਵਾਈਨ ਫੀਵਰ, ਆਲਦੋ ਇਟ ਇਜ਼ ਨਾਟ ਸਪਰੈਡਿੰਗ ਟੂ ਹਿਊਮਨਸ ਬਟ ਇਟ ਇਜ਼ ਇੰਪੈਕਟਿੰਗ देयर ਫੂਡ ਸਿਕਿਉਰਿਟੀ ਐਜ਼ ਵੈਲ ਐਜ਼ देयर ਇਨਕਮ। ਤਾਂ ਹੁਣ ਤੁਹਾਨੂੰ ਅਫਰੀਕਨ ਸਵਾਈਨ ਬਾਰੇ ਪੁੱਛਿਆ ਜਾਵੇ, क्या ये ह्यूमन्स फैलता है? नहीं। क्या ਇਹਦਾ mortality rate close to 100% है? Yes। ਇਹਦਾ ਕੋਈ cure है? नहीं है। Only way to stop is to cull the animals। Culling of animals, we kill them। And it is the first time ਇਹ ਇੰਡੀਆ ਵਿੱਚ ਆਇਆ ਹੈ। ਤਾਂ ਇਹ 4-5 points ਨੇ ਜਿਹੜੇ ਤੁਸੀਂ ਇਹਦੇ ਵਿੱਚ ਯਾਦ ਰੱਖਣੇ ਨੇ। The next topic that we have is currency swap arrangement। It is a very small topic। ਇਹ ਨਿਊਜ਼ ਵਿੱਚ ਕਿਉਂ ਹੈ? RBI ਨੇ ਹੁਣੀ ਅਗਰੀਮੈਂਟ ਕੀਤਾ ਹੈ ਸ਼੍ਰੀਲੰਕਾ ਦੇ ਨਾਲ ਕਰੰਸੀ ਸਵੈਪ ਫੈਸਿਲਿਟੀ ਦਾ। ਤੁਸੀਂ ਨਿਊਜ਼ ਵਿੱਚ ਜੇ ਤੁਸੀਂ ਨਿਊਜ਼ਪੇਪਰ ਪੜ੍ਹਦੇ ਹੋ ਤੁਸੀਂ ਇਹ ਚੀਜ਼ ਪੜ੍ਹੀ ਹੋਏਗੀ ਕਿ ਟਿਲ ਨਵੰਬਰ 2022 ਅਸੀਂ ਸ਼੍ਰੀਲੰਕਾ ਦੇ ਨਾਲ ਕਰੰਸੀ ਸਵੈਪ ਫੈਸਿਲਿਟੀ ਅਰੇਂਜਮੈਂਟ ਕੀਤਾ ਹੈ $400 ਮਿਲੀਅਨ ਦਾ। ਹੁਣ ਕਰੰਸੀ ਸਵੈਪ ਅਗਰੀਮੈਂਟ ਦਾ ਮਤਲਬ ਕੀ? ਤੁਹਾਨੂੰ ਇਸ ਟਾਈਮ ਪਤਾ ਹੈ ਤੁਸੀਂ ਕੋਈ ਵੀ ਟ੍ਰੇਡਿੰਗ ਕਰਦੇ ਹੋ ਨਾ, ਤੁਸੀਂ ਭਾਵੇਂ ਇੰਡੀਆ ਨਾਲ, ਇੰਡੀਆ ਦੀ US ਨਾਲ ਚੱਲ ਰਹੀ ਹੈ, ਇੰਡੀਆ ਦੀ ਨੇਪਾਲ ਨਾਲ ਚੱਲ ਰਹੀ, ਇੰਡੀਆ ਦੀ ਚਾਈਨਾ ਨਾਲ ਚੱਲ ਰਹੀ ਹੈ, ਕਿਹਦੇ ਉੱਤੇ ਬੇਸਡ ਹੈ? US
ਡਾਲਰ। US ਡਾਲਰ ਦੇ ਵਿੱਚ ਅਸੀਂ ਸਾਰੀ ਅਰੇਂਜਮੈਂਟ ਆਪਾਂ ਸਾਰੀ ਟ੍ਰੇਡਿੰਗ ਕਰਦੇ ਹਾਂ। ਹੁਣ ਅਸੀਂ ਕਰੰਸੀ ਸਵੈਪ ਅਰੇਂਜਮੈਂਟ 'ਚ ਕੀ ਕਰਦੇ ਹਾਂ, ਅਸੀਂ ਡਿਸਾਈਡ ਕਰ ਲਿਆ ਦੋ ਫਰੈਂਡਲੀ ਕੰਟਰੀਜ਼ ਨੇ ਆਪਸ ਦੇ ਵਿੱਚ ਕਿ ਸਾਡੀ ਜੋ ਵੀ ਟ੍ਰੇਡਿੰਗ ਹੋਏਗੀ ਆਪਾਂ ਆਪਣੀ ਲੋਕਲ ਕਰੰਸੀ ਦੇ ਵਿੱਚ ਕਰਨੀ ਹੈ। ਠੀਕ ਹੈ, ਆਪਾਂ ਰੁਪੀਜ਼ ਦੇ ਵਿੱਚ ਸ਼੍ਰੀਲੰਕਨ ਜਿਹੜਾ ਰੁਪਏ ਹੈ ਉਹਦੇ ਵਿੱਚ ਆਪਾਂ ਸਾਰਾ ਟ੍ਰੇਡਿੰਗ ਕਰਨਾ ਹੈ। ਆਪਾਂ ਤੀਸਰੀ ਜਿਹੜੀ ਕਰੰਸੀ ਹੈ ਉਹਨੂੰ ਅਸੀਂ ਇਨਵੋਲਵ ਹੀ ਨਹੀਂ ਕਰਨਾ ਹੈ। ਹੁਣ ਇੰਡੀਆ ਨੇ RBI ਨੇ ਸ਼੍ਰੀਲੰਕਾ ਨਾਲ ਅਰੇਂਜਮੈਂਟ ਕਰ ਲਿਆ ਹੈ ਕਿ ਆਪਾਂ ਕਰੰਸੀ ਸਵੈਪ ਕਰਨਾ ਹੈ। ਅਰੇਂਜਮੈਂਟ ਬਿਟਵੀਨ ਟੂ ਫ੍ਰੈਂਡਲੀ ਕੰਟਰੀਜ਼ ਟੂ ਇਨਵੋਲਵ ਇਨ ਟ੍ਰੇਡਿੰਗ ਇਨ देयर ओन ਲੋਕਲ ਕਰੰਸੀਜ਼। ਆਪਾਂ ਉਹਨਾਂ ਦੀ ਸ਼੍ਰੀਲੰਕਨ ਰੁਪੀ ਤੇ ਇੰਡੀਅਨ ਰੁਪੀ ਕੋਈ ਵੀ ਇੰਪੋਰਟ ਐਕਸਪੋਰਟ ਆਪਾਂ ਕਰਾਂਗੇ ਦੋਨੋਂ ਕੰਟਰੀਜ਼ ਆਪਾਂ ਆਪਣੀ ਕਰੰਸੀਜ਼ ਦੇ ਵਿੱਚ ਕਰਨਾ ਹੈ। ਅਸੀਂ US ਡਾਲਰ ਨੂੰ ਵਿੱਚ ਲੈ ਕੇ ਨਹੀਂ ਆਣਾ ਹੈ। ਆਪਾਂ ਜਿਹੜਾ ਹੈ ਜੈਪਨੀਜ਼ ਕਰੰਸੀ ਹੋ ਗਈ, ਆਪਾਂ ਯੂਰੋ ਹੋ ਗਈ, ਅਸੀਂ ਕਿਸੇ ਵੀ ਤੀਸਰੀ ਜਿਹੜੀ ਉਹਨੂੰ ਹੈ ਕਰੰਸੀ ਨੂੰ ਨਹੀਂ ਲੈ ਕੇ ਆਣਾ ਹੈ। ਠੀਕ ਹੈ, ਇਹਦੇ ਨਾਲ ਕੀ ਹੁੰਦਾ ਹੈ, ਹੁਣ ਕੀ ਹੁੰਦਾ US ਡਾਲਰ ਉੱਪਰ ਗਿਆ ਤਾਂ ਸਾਡੇ ਤੇ ਇੰਪੈਕਟ ਹੋ ਰਿਹਾ, US ਡਾਲਰ ਥੱਲੇ ਗਿਆ ਤਾਂ ਸਾਡੇ ਤੇ ਇੰਪੈਕਟ ਹੋ ਰਿਹਾ। ਤੇ ਇਹ ਜਿਹੜੀ ਐਕਸਚੇਂਜ ਵਿੱਚ ਵੇਰੀਏਸ਼ਨ ਹੋ ਰਹੀ ਹੈ ਉਹਦੇ ਤੋਂ ਅਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਐਟਲੀਸਟ ਜਦ ਆਪਾਂ ਸ਼੍ਰੀਲੰਕਾ ਨਾਲ ਟ੍ਰੇਡ ਕਰ ਰਹੇ ਹਾਂ, ਇਹਦੇ ਨਾਲ ਇੱਕ ਤਾਂ ਸਾਡਾ ਆਪਣੀ ਕਰੰਸੀ ਦੇ ਵਿੱਚ ਜਿਹੜਾ ਹੈ ਜਿਹੜਾ ਬਿਲੀਫ ਹੈ ਉਹ ਸਟਰੋਂਗ ਹੁੰਦਾ ਹੈ। ਜਿਹੜੀ ਸਾਡੀ ਮਾਰਕੀਟ ਹੈ, ਕੈਪੀਟਲ ਮਾਰਕੀਟ ਹੈ, ਜਿਹੜੀ ਸਾਡੀ ਇਨਵੈਸਟਮੈਂਟ ਹੋ ਰਹੀਆਂ ਹੈ ਉਹਦੇ ਵਿੱਚ ਕੰਪੈरेटिवली ਆਈਸੋਲੇਟ ਹੋ ਜਾਂਦੀ ਹੈ ਫਰੋਮ ਦੀ ਵੇਰੀਏਸ਼ਨਸ ਇਨ ਦੀ US ਡਾਲਰ। ਠੀਕ ਹੈ, ਤੇ ਉਹਦੇ ਨਾਲ ਸਾਨੂੰ ਇਹ ਸਾਰੇ ਬੈਨੀਫਿਟਸ ਹੁੰਦੇ ਆ ਫਰੋਮ ਦੀ ਕਰੰਸੀ ਸਵੈਪ ਅਰੇਂਜਮੈਂਟ ਕਿ ਅਸੀਂ ਆਪਣੀ ਕਰੰਸੀ ਵਿੱਚ ਕਰਨਾ ਹੈ। ਜਿਹੜੇ ਵੀ ਅਪ ਐਂਡ ਡਾਊਨ ਹੋਏਗਾ US ਡਾਲਰ ਦੇ ਵਿੱਚ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੜੇਗਾ। ਇਹ ਜਦ ਇਹ ਅਰੇਂਜਮੈਂਟ ਤਦ ਹੀ ਹੁੰਦਾ ਹੈ ਜਦ ਸ਼੍ਰੀਲੰਕਾ ਨੂੰ ਵਿਸ਼ਵਾਸ ਹੈ ਸਾਡੀ ਕਰੰਸੀ ਦੇ ਉੱਪਰ। ਠੀਕ ਹੈ, ਤਦ ਹੀ ਆਪਾਂ ਕਰੰਸੀ ਸਵੈਪ ਫੈਸਿਲਿਟੀ ਕਰਦੇ ਹਾਂ। ਕਦੀ ਵੀ ਵੀਕ ਕਰੰਸੀ ਹੋਏਗੀ ਨਾ ਬਹੁਤ ਜ਼ਿਆਦਾ ਤਾਂ ਉਹ ਤਾਂ ਬਹੁਤ ਜ਼ਿਆਦਾ ਫਲਕਚੁਏਟ ਕਰੇਗੀ, ਉਹਦੀ ਵੈਲਿਊ ਬਹੁਤ ਜ਼ਿਆਦਾ ਨੀਚੇ ਗਿਰਦੀ ਜਾਏਗੀ। ਠੀਕ ਹੈ, ਤਾਂ ਬਿਕੋਜ਼ ਇੰਡੀਆ is good in terms of economic performance, that is why they have agreed to this currency swap facility. Next, the next topic that we have is pre-packs under the current insolvency regime. You have done insolvency and bankruptcy code in your economics class. ठीक है, ਤਾਂ ਹੁਣ ਤੁਹਾਡੇ ਕੋਲ ਕੀ ਹੈ, अंडर द इंसॉल्वेंसी एंड बैंकरप्सी कोड एक कॉर्पोरेट इंसॉल्वेंसी रेजोल्यूशन प्रोसेस होता है। कॉर्पोरेट इंसॉल्वेंसी रेजोल्यूशन प्रोसेस होता है। ठीक है, ते जेड़ा एक लिमिटेड पीरियड ऑफ टाइम दे विच जेड़ा है वो जेड़ा इंसॉल्वेंसी जेड़ा प्रोसेस है ਉਹਨੂੰ रिजॉल्व करना होता है। IBC ਦੇ ਵਿੱਚ स्टेक होल्डर्स कैन टेक अप टू 330 days। ठीक है, फॉर द रेजोल्यूशन ऑफ द इंसॉल्वेंसी प्रोसेस। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਕੀ ਹੁੰਦਾ ਹੈ, ਜਦ ਆਪਾਂ ਇਹ ਵਾਲਾ ਪ੍ਰੋਸੈਸ ਕਰਦੇ ਹਾਂ ਜਿਹੜੀ ਸਾਡੀ ਕੰਪਨੀ ਹੈ ਉਹਦੀ ਬਹੁਤ ਸਾਰੀ ਐਸੈਟਸ ਜਿਹੜੀ ਵੈਲਿਊ ਹੈ ਉਹ ਘਟ ਜਾਂਦੀ ਹੈ। ਠੀਕ ਹੈ, ਤੁਸੀਂ ਕੀ ਕਰਦੇ ਹੋ, ਤੁਸੀਂ ਓਪਨ ਬਿਡਿੰਗ ਕਰਦੇ ਆ। ਠੀਕ ਹੈ, ਓਪਨ ਬਿਡਿੰਗ ਹੁੰਦੀ ਹੈ, ਜਿਹੜੀ ਵੀ ਐਸੈਟਸ ਹੁੰਦੀ ਹੈ ਉਹ ਜਿਹੜੇ ਉਹਦੇ ਓਪਨ ਬਿਡਿੰਗ ਦੇ ਥਰੂ ਜਿਹੜੇ ਪੈਸੇ ਆਉਂਦੇ ਆ ਉਹਦੇ ਥਰੂ ਅਸੀਂ ਆਪਣੇ ਕ੍ਰੈਡੀਟਰਸ ਤੇ ਇਨਵੈਸਟਰਸ ਨੂੰ ਪੇ ਕਰਦੇ ਆ। ਠੀਕ ਹੈ, ਇੱਕ ਆਊਟਸਾਈਡਰ ਅਪਾਇੰਟ ਹੁੰਦਾ ਹੈ। ਠੀਕ ਹੈ, ਜਿਹੜੇ ਇਹ ਸਾਰਾ ਪ੍ਰੋਸੈਸ ਨੂੰ ਓਵਰਸੀ ਕਰਦਾ ਹੈ। ਜਿਹੜੀ ਮੈਨੇਜਮੈਂਟ ਹੈ ਨਾ ਉਹ ਕਰੰਟ ਕੰਪਨੀ ਦੇ ਹੱਥ ਤੋਂ ਜਾ ਕੇ ਬਾਹਰ ਵਾਲੇ ਇੱਕ ਆਕਸ਼ਨਰ ਦੇ ਹੱਥ ਦੇ ਵਿੱਚ ਚਲੀ ਜਾਂਦੀ ਹੈ। ਠੀਕ ਹੈ, ਹੁਣ ਪ੍ਰੀ ਪੈਕਸ ਜਿਹਦੀ ਗੱਲ ਹੁਣ ਸ਼ੁਰੂ ਹੋਈ ਹੈ ਇਹਦੇ ਵਿੱਚ ਕੀ ਹੋਏਗਾ ਕਿ ਇੱਕ ਜਿਹੜੇ ਕ੍ਰੈਡੀਟਰਸ ਤੇ ਇਨਵੈਸਟਰਸ ਨੇ ਉਹਨਾਂ ਨੂੰ ਤਾਂ ਪੈਸੇ ਨਾਲ ਮਤਲਬ ਹੈ, ਉਹ ਕੀ ਕਰਨਗੇ, ਓਪਨ ਬਿਡਿੰਗ ਨਹੀਂ ਕਰਨਗੇ। ਉਹ ਜਿਹੜੇ ਆਲਰੇਡੀ ਜਿਹੜੀ ਕੰਪਨੀ ਦੀ ਮੈਨੇਜਮੈਂਟ ਹੈ ਉਹਦੇ ਨਾਲ ਮਿਲ ਕੇ ਇੱਕ ਪਲਾਨ ਕ੍ਰੀਏਟ ਕਰ ਲੈਣਗੇ ਵਿਦਿਨ 90 days। ਠੀਕ ਹੈ, ਓਪਨ ਬਿਡਿੰਗ ਨਹੀਂ ਹੋਏਗੀ, ਕਲੋਜ਼ਡ ਡੋਰ ਨੈਗੋਸੀਏਸ਼ਨ ਹੋਣਗੇ ਜਿਹਦੇ ਵਿੱਚ ਜਿਹੜੀ ਪ੍ਰੀ ਪੈਕਸ ਜਿਹੜੇ ਹੋਣਗੇ ਪਲਾਨ ਬਣਾਇਆ ਜਾਏਗਾ। ਉਹ ਜਿਹੜਾ ਪਲਾਨ ਹੈ ਉਹ ਫਿਰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਕੋਲ ਲੈ ਕੇ ਜਾਇਆ ਜਾਏਗਾ ਕਿ ਦੇਖੋ ਅਸੀਂ ਬਾਹਰ ਓਪਨ ਬਿਡਿੰਗ ਨਹੀਂ ਕਰਨੀ, ਇਹ ਸਾਡੇ ਟਰਮਸ ਐਂਡ ਕੰਡੀਸ਼ਨਸ ਹੈ, ਅਸੀਂ ਐਵੇਂ ਕਰਕੇ ਆਪਣੇ ਕ੍ਰੈਡੀਟਰਸ ਤੇ ਇਨਵੈਸਟਰਸ ਨੂੰ ਪੇ ਕਰ ਦੇਣਾ ਹੈ। ਠੀਕ ਹੈ, ਕਰੰਟ ਹੁਣ ਇਹ ਸਿਚੁਏਸ਼ਨ ਹੁੰਦੀ ਹੈ ਅੰਡਰ ਦੀ ਇੰਸੋਲਵੇਂਸੀ ਐਂਡ ਬੈਂਕਰਪਸੀ ਕੋਡ ਕਿ ਜਿਹੜੀ ਕਰੰਟ ਮੈਨੇਜਮੈਂਟ ਹੈ, ਜਿਹੜੇ ਓਨਰ ਨੇ, ਜਿਹੜੇ ਪ੍ਰਮੋਟਰ ਦੇ ਕੰਪਨੀ ਦੇ, ਉਹਨਾਂ ਨੂੰ ਇਹ ਚੀਜ਼ ਨਹੀਂ ਅਲਾਉਡ ਹੈ ਕਿ ਉਹ ਆਪਣੀ ਜਿਹੜੀ IBC ਕੋਡ ਦੇ ਅੰਡਰ ਜਦ ਨੀਲਾਮੀ ਹੋ ਰਹੀ ਹੈ ਉਹ ਇਹ ਐਸੈਟਸ ਖਰੀਦ ਸਕਣ। ਲੇਕਿਨ ਜਦ ਪ੍ਰੀ ਪੈਕਸ ਦੀ ਆਪਸ਼ਨ ਆਉਂਦੀ ਹੈ ਉਹਨਾਂ ਦੇ ਕੋਲ ਇਹ ਆਪਸ਼ਨ ਰਹਿ ਜਾਏਗੀ ਕਿ ਉਹ ਕ੍ਰੈਡੀਟਰਸ ਤੇ ਇਨਵੈਸਟਰ ਦੇ ਨਾਲ ਨੈਗੋਸ਼ੀਏਟ ਕਰਕੇ ਪਲਾਨ ਬਣਾ ਲੈਣ ਤੇ ਉਹ ਸਾਰੀਆਂ
ਐਸੈਟਸ ਨੇ ਇਹ ਮੈਨੇਜਮੈਂਟ ਓਨਰ ਜਾਂ ਪ੍ਰਮੋਟਰ ਆਪਣੇ ਕੋਲ ਹੀ ਰੱਖ ਲੈਣ, ਕਿਉਂਕਿ ਉਹ ਹੁਣ ਹੋ ਸਕਦਾ ਹੈ ਅੱਗੇ ਜਾ ਕੇ ਨਵੀਂ ਕੰਪਨੀ ਇਸਟੈਬਲਿਸ਼ ਕਰਨਾ ਚਾਹਣ ਤੇ ਇਹ ਜਿਹੜਾ ਪੈਸਾ ਹੈ ਜਿਹੜੀ ਐਸੈਟਸ ਨੇ ਉੱਥੇ ਯੂਜ਼ ਕਰ ਸਕਣ ਜਿਹੜੀਆਂ ਪੁਰਾਣੀ ਕੰਪਨੀਆਂ ਦੇ ਨੇ। ਹਾਲੇ ਇਹ ਚੀਜ਼ ਉਹਨਾਂ ਨੂੰ ਨਹੀਂ ਅਲਾਉਡ ਹੈ। ਹੁਣ ਕੀ ਹੁੰਦਾ ਹੈ, ਨੀਲਾਮੀ ਹੁੰਦੀ ਹੈ, ਜਿਹੜਾ ਪੈਸਾ ਹੈ ਉਹਦੇ ਨਾਲ ਅਸੀਂ ਕ੍ਰੈਡਿਟਰਸ ਤੇ ਇਨਵੈਸਟਰਸ ਨੂੰ ਪੇ ਕਰ ਦਿੰਦੇ ਹਾਂ ਤੇ ਬਾਹਰਲਾ ਬੰਦਾ ਇਹ ਸਾਰੀ ਚੀਜ਼ ਨੂੰ ਓਵਰਸੀ ਕਰਦਾ ਹੈ। ਪ੍ਰੀ ਪੈਕਸ ਦੇ ਵਿੱਚ ਜਿਹੜੀ ਆਲਰੇਡੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਅਲਾਉਡ ਹੋਏਗਾ ਕਿ ਉਹ ਕ੍ਰੈਡਿਟਰਸ ਤੇ ਇਨਵੈਸਟਰਸ ਦੇ ਨਾਲ ਜਿਹੜਾ ਹੈ ਅਗਰੀਮੈਂਟ ਕਰ ਲਵੇ, ਡੈਟ ਜੀ ਜਿਹੜੀ ਪ੍ਰੋਬਲਮ ਹੈ ਉਹਨੂੰ ਰਿਜ਼ੋਲਵ ਕਰ ਲਵੇ। ਇਹ ਜਿਹੜਾ ਸਿਸਟਮ ਹੈ ਨਾ ਇਹ ਯੂਕੇ ਤੇ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੈ। ਯੂਐਸ ਦੇ ਵਿੱਚ ਜਿਹੜੀ ਇਹ ਚੀਜ਼ ਹੈ ਇਹ ਸਟਾਰਟ ਹੋਏਗੀ। ਇਹਦਾ ਬੈਨੀਫਿਟ ਕੀ ਹੈ, ਇੱਕ ਤਾਂ ਜਿਹੜੇ ਉਸ ਕੰਪਨੀ ਨੂੰ ਸਮਝਦੇ ਨੇ ਉੱਥੇ ਦੀ ਮੈਨੇਜਮੈਂਟ ਤੇ ਓਨਰ, ਉਹਨਾਂ ਦੇ ਹੱਥ ਵਿੱਚ ਰਹੇਗੀ ਮੈਨੇਜਮੈਂਟ ਜਦ ਤੱਕ ਕਿ ਫਾਈਨਲ ਅਗਰੀਮੈਂਟ ਨਹੀਂ ਹੋ ਜਾਂਦਾ। ਠੀਕ ਹੈ, ਉਹ ਜ਼ਿਆਦਾ ਬਿਜ਼ਨਸ ਨੂੰ ਸਮਝਦੇ ਨੇ ਰਾਦਰ ਦੈਨ ਦੀ ਇਨਸੋਲਵੈਂਸੀ ਪ੍ਰੋਫੈਸ਼ਨਲ ਜਿਹੜਾ ਆਪਾਂ ਬਾਹਰੋਂ ਅਪਾਇੰਟ ਕਰਾਂਗੇ। ਠੀਕ ਹੈ, ਤੇ ਇਹਨਾਂ ਦੇ ਹੱਥ ਵਿੱਚ ਰਹੇਗਾ ਤੇ ਪੈਸੇ ਦਾ ਲਾਸ ਵੀ ਨਹੀਂ ਹੋਏਗਾ, ਜਿਹੜੀ ਹਿਊਮਨ ਰਿਸੋਰਸਿਸ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਲਾਸ ਨਹੀਂ ਹੋਏਗਾ। ਲੇਕਿਨ ਇਹਦਾ ਕੁਝ ਨੁਕਸਾਨ ਵੀ ਹੋ ਸਕਦਾ ਹੈ। ਪਹਿਲਾਂ ਓਪਨ ਬਿਡਿੰਗ ਹੁੰਦੀ ਸੀ, ਹੁਣ ਅੰਦਰ ਹੀ ਅੰਦਰ ਨੈਗੋਸੀਏਸ਼ਨ ਚੱਲੇਗੀ, ਕੋਈ ਟ੍ਰਾਂਸਪੇਰੈਂਸੀ ਨਹੀਂ ਹੈ ਕਿ ਤੁਸੀਂ ਅਸਲ ਵਿੱਚ ਸੋਲਵ ਕੀ ਕਰ ਰਹੇ ਹੋ, ਕਿਆ ਸਾਰਿਆਂ ਨੂੰ ਫੇਅਰ ਜਿਹੜਾ ਹੈ ਉਹਨਾਂ ਨੂੰ ਪੈਸਾ ਮਿਲੇਗਾ ਜਾਂ ਨਹੀਂ ਮਿਲੇਗਾ। ਠੀਕ ਹੈ, ਤਾਂ ਇਹ ਥੋੜੇ ਜਿਹੇ ਇਹਦੇ ਵਿੱਚ ਇਸ਼ੂਜ਼ ਹੈ। ਲੇਕਿਨ ਹਾਲੇ ਗਵਰਨਮੈਂਟ ਸਿਰਫ ਇਹਦੇ ਬਾਰੇ ਸੋਚ ਰਹੀ ਹੈ ਕਿ ਪ੍ਰੀ ਪੈਕਸ ਆਪਾਂ ਲੈ ਕੇ ਆਣੇ ਨੇ, ਫਾਈਨਲ ਹਲੇ ਜਿਹੜਾ ਗਵਰਨਮੈਂਟ ਹੈ ਉਹਨੇ ਕੁਝ ਵੀ ਨਹੀਂ ਡਿਸਾਈਡ ਕੀਤਾ। ਲੇਕਿਨ ਇਹਦੇ ਨਾਲ ਇਹ ਹੋਏਗਾ ਕਿ ਇੱਕ ਤਾਂ ਰੈਜ਼ੋਲੂਸ਼ਨ ਜਲਦੀ ਹੋਏਗਾ, ਕਿੱਥੇ ਤੁਹਾਨੂੰ 320 ਦਿਨ ਬੋਲੇ ਗਏ ਨੇ ਅੰਡਰ ਦੀ ਇੰਸੋਲਵੈਂਸੀ ਐਂਡ ਬੈਂਕਰਪਸੀ ਕੋਡ। ਜਿਹੜਾ ਪ੍ਰੀ ਪੈਕਸ ਹੁੰਦੇ ਨੇ ਦੇ ਆਰ ਫॉर ਅ ਸ਼ਾਰਟਰ ਪੀਰੀਅਡ ਆਫ ਟਾਈਮ, ਦੈਟ ਇਜ਼ 90 ਡੇਜ਼ ਦੇ ਅੰਦਰ ਅੰਦਰ ਤੁਸੀਂ ਜਿਹੜਾ ਪਲਾਨ ਹੈ ਤੁਸੀਂ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਤੋਂ ਅਪਰੂਵ ਕਰਾ ਲੈਣਾ ਹੈ। ਇੱਕ ਤਾਂ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦਾ ਜਿਹੜਾ ਬਰਡਨ ਹੈ ਉਹ ਵੀ ਘਟ ਜਾਏਗਾ ਜੇ ਪ੍ਰੀ ਪੈਕਸ ਦੀ ਰਜੀਮ ਇੰਡੀਆ ਦੇ ਵਿੱਚ ਆਂਦੀ ਹੈ। ਨੈਕਸਟ ਹੁਣ ਜਿਹੜਾ ਸਾਡੇ ਕੋਲ ਟੌਪਿਕ ਹੈ ਉਹ ਹੈ ਬਾਲ ਗੰਗਾਧਰ ਤਿਲਕ। ਇਹਨਾਂ ਦੀ ਬਰਥ ਐਨੀਵਰਸਰੀ ਸੀਗੀ ਜੁਲਾਈ ਦੇ ਵਿੱਚ, ਜਿਹਦੇ ਕਾਰਨ PIB ਨੇ ਇਹਨਾਂ ਦੇ ਉੱਪਰ ਸਪੈਸ਼ਲ ਆਰਟੀਕਲ ਦਿੱਤਾ ਹੈ। ਠੀਕ ਹੈ, ਜੋ ਵੀ ਇਨਫੋਰਮੇਸ਼ਨ PIB ਪ੍ਰੋਵਾਈਡ ਕਰਦਾ ਹੈ ਉੱਥੋਂ ਡਾਇਰੈਕਟ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਨੇ। ਬਾਲ ਗੰਗਾਧਰ ਤਿਲਕ ਨੇ ਜਿਹੜੇ ਸਾਡੇ ਬਹੁਤ ਹੀ ਪ੍ਰੋਮਿਨੈਂਟ ਫਰੀडम ਫਾਈਟਰ ਨੇ, ਠੀਕ ਹੈ, ਉਹਨਾਂ ਨੇ ਇਹ ਲਾਈਨ ਬੋਲੀ ਸੀ, ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ। ਜਿਹੜੇ ਬ੍ਰਿਟਿਸ਼ਰਸ ਨੇ ਉਹ ਇਹਨਾਂ ਨੂੰ ਫਾਦਰ ਆਫ ਇੰਡੀਅਨ ਅਨਰੈਸਟ ਬੋਲਦੇ ਸੀ ਤੇ ਜਿਹੜੇ ਇੰਡੀਆ ਦੇ ਲੋਕ ਸੀਗੇ ਇਹਨਾਂ ਨੂੰ ਰਿਸਪੈਕਟਫੁਲੀ ਲੋਕ ਮਾਨਯ ਬੋਲਦੇ ਸੀਗੇ। ਠੀਕ ਹੈ, ਐਂਡ ਇਹਨਾਂ ਨੇ ਸਵਦੇਸ਼ੀ ਮੂਵਮੈਂਟ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲਿਆ ਸੀਗਾ। ਠੀਕ ਹੈ, ਐਂਡ ਇਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਕਿ ਜਿਹੜੇ ਸਾਡੇ ਇੰਡੀਅਨ ਫੈਸਟੀਵਲਸ ਨੇ such as Ganesh Chaturthi and Shivaji Jayanti ਇਹਨਾਂ ਨੂੰ celebrate ਕਰਨਾ ਚਾਹੀਦਾ ਹੈ। Although this led to of bringing of some kind of communal element, ठीक है, ये दोनों हिंदू festivals ने ते a kind of even though his intent was कि ਆਪਾਂ ਲੋਕਾਂ ਨੂੰ ਇਕੱਠੇ ਕਰਨਾ ਹੈ, ਇੰਡੀਅਨਸ ਨੇ ਇਹਨੂੰ ਥੋੜਾ ਜਿਹਾ ਗਲਤ ਤਰੀਕੇ ਨਾਲ ਲੈ ਲਿਆ ਸੀਗਾ। ਠੀਕ ਹੈ, ਇਹ ਜਿਹੜੇ ਸੀਗੇ ਇਹ ਬੋਲਦੇ ਸੀਗੇ ਕਿ ਕਾਂਗਰਸ ਜਿਹੜੀ ਹੈ ਉਹ ਉਹਨਾਂ ਦਾ ਜਿਹੜਾ ਕਨਸਟੀਟਿਊਸ਼ਨਲ ਮੈਥਡਸ ਨੇ ਇੰਡੀਪੈਂਡੈਂਸ ਨੂੰ ਪਾਉਣ ਦੇ ਲਈ ਉਹ ਸਹੀ ਨਹੀਂ ਨੇ, ਸਾਨੂੰ ਥੋੜਾ ਜਿਹਾ ਜਿਹੜਾ ਹੈ ਅਪੋਜ਼ ਕਰਨਾ ਪਏਗਾ ਗਵਰਨਮੈਂਟ ਨੂੰ। ਠੀਕ ਹੈ, ਵੀ ਹੈਵ ਟੂ ਸਟੈਪ ਆਊਟ ਆਫ ਜਸਟ ਦੀ ਸਿਰਫ ਪੈਟੀਸ਼ਨਸ ਕਰ ਕਰਕੇ, ਸਿਰਫ ਕਨਸਟੀਟਿਊਸ਼ਨਲ ਮੈਥਡਸ ਨੇ ਉਹ ਯੂਜ਼ ਕਰ ਕਰਕੇ ਅਸੀਂ ਇੰਡੀਪੈਂਡੈਂਸ ਨਹੀਂ ਲੈ ਸਕਦੇ। ਠੀਕ ਹੈ, ਦੈਨ ਇਹਨਾਂ ਦੇ ਜਿਹੜੇ ਇਸ਼ੂਜ਼ ਹੋਣੇ ਸ਼ੁਰੂ ਹੋ ਗਏ ਸੀ ਕਾਂਗਰਸ ਦੇ ਵਿੱਚ। ਕਾਂਗਰਸ ਦੇ ਵਿੱਚ ਫਿਰ ਦੋ ਫੈਕਸ਼ਨਸ ਹੋ ਗਏ, ਇੱਕ ਮੋਡਰੇਟਸ, ਠੀਕ ਹੈ, ਜਿਹੜੇ ਕਿ ਕਨਸਟੀਟਿਊਸ਼ਨਲ ਮੀਨ ਸੀਗੇ ਫੋਲੋ ਕਰਨਾ ਚਾਹੁੰਦੇ ਸੀਗੇ, ਫਿਰ ਸੀਗੇ ਬਾਲ ਗੰਗਾਧਰ ਤਿਲਕ ਵਰਗੇ ਜਿਨ੍ਹਾਂ ਨੂੰ ਐਕਸਟ੍ਰੀਮਿਸਟ ਕਿਹਾ ਜਾਂਦਾ ਸੀਗਾ। ਠੀਕ ਹੈ, ਕਿ ਅਸੀਂ ਸਿਰਫ ਕਨਸਟੀਟਿਊਸ਼ਨ ਨਹੀਂ, ਅਸੀਂ ਅਨਕਨਸਟੀਟਿਊਸ਼ਨਲ ਮੈਥਡ ਸਾਨੂੰ ਯੂਜ਼ ਕਰਨ ਦੀ ਲੋੜ ਹੈ। ਇਹ ਮਤਲਬ ਨਹੀਂ ਕਿ ਉਹ ਕਹਿੰਦੇ ਸੀ ਵੀ ਗੋਲੀਆਂ ਚਲਾਓ ਜਾਂ ਵੀ ਵਾਰ ਛੇੜ ਦੋ। ਠੀਕ ਹੈ, the methods the both the factions are proposing that were different, ਜਿਹਦੇ ਕਰਕੇ ਮੋਡਰੇਟਸ ਤੇ ਐਕਸਟ੍ਰੀਮਿਸਟ ਦਾ ਜਿਹੜਾ ਇੰਨਾ ਇਸ਼ੂ ਵਧਣ ਦੇ ਕਾਰਨ ਜਿਹੜਾ ਹੈ ਕਾਂਗਰਸ ਵਿੱਚ ਸਪਲਿਟ ਹੋ ਗਿਆ ਸੀਗਾ। ਠੀਕ ਹੈ, ਇਹਨਾਂ ਨੇ ਜਿਹੜੀ ਕਾਂਗਰਸ ਹੈ ਉਹ ਛੱਡ ਦਿੱਤੀ ਸੀਗੀ। 1907 ਦੇ ਵਿੱਚ ਜਿਹੜਾ ਹੈ ਸਾਡੇ ਕੋਲ ਸੂਰਤ ਵਿੱਚ ਸੈਸ਼ਨ ਹੋਇਆ ਸੀਗਾ where the Congress split into extremist and moderates। ਠੀਕ ਹੈ, ਲਾਲਾ ਲਾਜਪਤ ਰਾਏ ਸੀਗੇ, ਉਹ ਜਿਹੜੇ ਸੀਗੇ ਐਕਸਟ੍ਰੀਮਿਸਟ ਸੈਕਸ਼ਨ ਦੇ ਸੀਗੇ, ਉਹ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਸੀਗੇ। ਜਿਹੜਾ ਮੋਡਰੇਟ ਫੈਕਸ਼ਨ ਸੀਗਾ ਉਹ ਰਾਸ ਬਿਹਾਰੀ ਘੋਸ਼ ਨੂੰ ਸੀਗਾ, ਉਹ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦਾ ਸੀਗਾ। ਤਾਂ ਇਹ ਵੱਧਦਾ ਸਪਲਿਟ ਸੀਗਾ। ਫਿਰ ਕਾਂਗਰਸ ਵਾਸ ਡਿਵਾਈਡਡ ਇਨਟੂ ਐਕਸਟ੍ਰੀਮਿਸਟ ਐਂਡ ਮੋਡਰੇਟਸ। ਠੀਕ ਹੈ, ਐਂਡ ਜਿਹੜੇ ਬਾਲ ਗੰਗਾਧਰ ਤਿਲਕ ਨੇ ਲਾਲ ਬਾਲ ਪਾਲ ਦਾ ਇੱਕ ਟ੍ਰਿਓ ਸੀਗਾ। ਠੀਕ ਹੈ, ਉਹਦੇ ਵਿੱਚ ਜਿਹੜਾ ਬਾਲ ਵਰਡ ਹੈ that is used for ਬਾਲ ਗੰਗਾਧਰ ਤਿਲਕ। he was very vocal about whatever he said against the Britishers। ਠੀਕ ਹੈ, ਐਂਡ ਇਹਨਾਂ ਦੇ
ਜਿਹੜਾ ਇਹ ਇੰਨਾ ਅਗੇਂਸਟ ਬੋਲਦੇ ਸੀਗੇ ਬ੍ਰਿਟਿਸ਼ਰਸ ਤੇ, ਇਹਦੇ ਤੋਂ ਹੀ ਜਿਹੜਾ ਪ੍ਰਭਾਵਿਤ ਹੋ ਕੇ ਜਿਹੜੇ ਚਾਪੇਕਰ ਬ੍ਰਦਰਸ ਹੈ ਉਹਨਾਂ ਨੇ ਲੈਫਟੀਨੈਂਟ ਰੈਂਡ ਤੇ ਆਇਰਿਸ ਦਾ ਜਿਹੜਾ ਹੈ ਅਸੈਸੀਨੇਸ਼ਨ ਕੀਤੀ ਸੀਗੀ, ਜਿਹਦੇ ਕਾਰਨ ਫਿਰ ਜਿਹੜੇ ਬਾਲ ਗੰਗਾਧਰ ਹੈ ਇਹਨਾਂ ਦੇ ਉੱਪਰ ਸੈਡੀਸ਼ਨ ਦਾ ਕੇਸ ਹੋਇਆ ਸੀਗਾ ਐਂਡ ਹੀ ਵਾਸ ਜੇਲਡ ਫॉर 18 ਮੰਥਸ। ਠੀਕ ਹੈ, ਫਿਊਚਰ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਕਾਂਗਰਸ ਸਪਲਿਟ ਹੋ ਚੁੱਕੀ ਹੈ ਇਨ ਮੋਡਰੇਟਸ ਐਂਡ ਐਕਸਟ੍ਰੀਮਿਸਟ, ਇਹ ਜਿਹੜਾ ਹੈ ਇਟ ਇਜ਼ ਡੈਟਰੀਮੈਂਟਲ ਟੂਵਰਡਸ ਦੀ ਸਟਰਗਲ ਫॉर ਫਰੀडम। ਫਿਰ ਜਿਹੜਾ ਕਾਂਗਰਸ ਜਿਹੜਾ ਹੈ ਉਹਦੇ ਜਿਹੜਾ ਮੋਡਰੇਟਸ ਤੇ ਐਕਸਟ੍ਰੀਮਿਸਟ ਹੈ ਇਹ ਫਿਰ ਇਕੱਠੇ ਆ ਗਏ ਸੀਗੇ 1916 ਦੇ ਵਿੱਚ। ਠੀਕ ਹੈ, ਫਿਰ ਇਕੱਠੇ ਆ ਗਏ ਸੀਗੇ। ਫਿਰ ਹੋਰ ਬਾਲ ਗੰਗਾਧਰ ਤਿਲਕ ਜਿਹੜੇ ਨੇ ਇਹਨਾਂ ਨੇ ਆਲ ਇੰਡੀਆ ਹੋਮ ਰੂਲ ਲੀਗ ਫਾਊਂਡ ਕੀਤੀ ਸੀਗੀ 1916 ਦੇ ਵਿੱਚ। ਹੀ ਪ੍ਰਮੋਟਡ ਵੂਮਨ ਐਜੂਕੇਸ਼ਨ ਆਲਸੋ, ਐਜੂਕੇਸ਼ਨ ਨੂੰ ਬਹੁਤ ਪ੍ਰਮੋਟ ਕਰਦੇ ਸੀਗੇ। ਇਹਨਾਂ ਨੇ ਡੈਕਨ ਐਜੂਕੇਸ਼ਨ ਸੁਸਾਇਟੀ ਜਿਹੜੀ ਹੈ ਉਹ 1884 ਦੇ ਵਿੱਚ ਫਾਊਂਡ ਕੀਤੀ ਸੀਗੀ। ਫਰਗੂਸਨ ਕਾਲਜ ਹੈ 1885 ਦੇ ਵਿੱਚ ਪੋਸਟ ਸੈਕੰਡਰੀ ਸਟੱਡੀਜ਼ ਵਿੱਚ ਇਹਨਾਂ ਨੇ ਫਾਊਂਡ ਕੀਤਾ ਸੀਗਾ, ਜਿੱਥੇ ਇਹ ਖੁਦ ਜਿਹੜਾ ਹੈ ਉਹ ਮੈਥਮੈਟਿਕਸ ਸਿਖਾਉਂਦੇ ਹੁੰਦੇ ਸੀਗੇ। ਠੀਕ ਹੈ, ਤੇ ਜਿਹੜੇ ਇਹ ਸਾਰੀ ਇਨਫੋਰਮੇਸ਼ਨ ਹੈ ਤੁਹਾਨੂੰ PIB ਦੇ ਆਰਟੀਕਲ ਵਿੱਚ ਦਿੱਤੀ ਹੋਈ ਹੈ that I will be sharing in my PDF, but ਜਿਹੜੀਆਂ personality based questions ਹੈ they can be asked in your mains also and they can be asked in your interview also। ਠੀਕ ਹੈ, ਪਲੱਸ ਤੁਹਾਨੂੰ ਜਿਹੜਾ ਪ੍ਰੀ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਇਹ ਲਾਈਨ ਜਿਹੜੀ ਹੈ ਸਵਰਾਜ is my birthright and I shall have it, I know it is a very easy question, it can be asked, it can also be asked who is the father of Indian unrest, you need to know Bal Gangadhar Tilak। ठीक है, स्प्लिट कद होया सी कांग्रेस दा, बाद इकट्ठे कद आ गए सी मॉडरेट एक्सट्रीमिस्ट सीगे। ठीक है, आ जिहड़ी गणेश चतुर्थी एंड शिवाजी जयंती है ਇਹਦੀ ग्रैंड सैलीब्रेशन किहने प्रपोज ਕੀਤੀ ਸੀਗੀ? बाल गंगाधर तिलक ने। डेक्कन एजुकेशन सोसाइटी ਜਿਹੜੀ ਹੈ ਇਹ ਕਿਹਨੇ ਫਾਊਂਡ ਕੀਤੀ ਸੀਗੀ? बाल गंगाधर तिलक ने। ऑल इंडिया होम रूल लीग ਕਿਹਦੇ ਨਾਲ ਐਸੋਸੀਏਟਡ ਹੈ? बाल गंगाधर तिलक। फर्गूसन कॉलेज ਉਹਨਾਂ ਦੇ ਨਾਲ ਰਿਲੇਟਡ ਹੈ। ਠੀਕ ਹੈ, ਮਹਾਰਤਾ ਨਾਮ ਦਾ ਉਹਨਾਂ ਦਾ ਇੱਕ ਮੈਗਜ਼ੀਨ ਸੀਗਾ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। that all kind of information will be provided here। ਠੀਕ ਹੈ ਨਾ, ਜਿਹੜੀ ਵੀ ਪਰਸਨੈਲਿਟੀ ਦਾ ਬਰਥਡੇ ਆਂਦਾ ਹੈ PIB ਕਵਰ ਕਰਦੀ ਹੈ ਤਾਂ ਤੁਸੀਂ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਜ਼ਰੂਰ ਜਿਹੜੀ ਹੈ ਉਹ ਕਵਰ ਕਰਨੀ ਹੈ। ਠੀਕ ਹੈ, then there is one last topic that is regarding the agricultural reforms। ਜਿਹੜੇ agricultural reforms ਹੈ ਇਹਦੇ ਲਈ ਤੁਸੀਂ ਇੱਕ ਚੈਨਲ ਤੇ ਵੀਡੀਓ ਪਈ ਹੈ ਰਾਹੁਲ ਸਰ ਦੀ अंडर दी विश्लेषण सीरीज। ठीक है, अंडर दी विश्लेषण सीरीज एग्रीकल्चरल रिफॉर्म्स ਦੀ ਇੱਕ ਰਾਹੁਲ ਸਰ ਦੀ ਵੀਡੀਓ ਪਈ ਹੈ, ਤੁਸੀਂ ਉਹ ਦੇਖਣੀ ਹੈ। ਠੀਕ ਹੈ, ਉਹਦੇ ਵਿੱਚ ਤੁਸੀਂ ਦੇਖਣਾ ਹੈ ਕਿ क्या एसेंशियल कमोडिटीज एक्ट क्या ਹੁੰਦਾ ਹੈ, क्या चेंजेस ਆਏ ਨੇ, ਇਸ ਸਰ ਨੇ ਐਕਸਪਲੇਨ ਕੀਤਾ ਹੋਇਆ ਹੈ। ਉਸ ਤੋਂ ਬਾਅਦ कॉन्ट्रैक्ट फार्मिंग ਦੇ ਰਿਗਾਰਡਿੰਗ ਕੀ ਗੱਲ ਹੋਈ ਹੈ, ਤੇ ਉਸ ਤੋਂ ਬਾਅਦ ਜਿਹੜੀ ਸੈਲਿੰਗ ਹੈ MSP ਵਗੈਰਾ ਦੇ ਰਿਗਾਰਡਿੰਗ क्या ਇਸ਼ੂ ਹੈ, ਤੇ ਇਹ ਸਾਰਾ ਇਸ਼ੂ ਤੁਸੀਂ ਉੱਥੋਂ ਦੇਖਣਾ ਹੈ। ਹੁਣ ਪੰਜਾਬ ਦੇ ਵਿੱਚ ਐਗਰੀਕਲਚਰਲ ਜਿਹੜੇ ਆਰਡੀਨੈਂਸ ਜਿਹੜੇ ਆਏ ਨੇ ਉਹਨੂੰ ਲੈ ਕੇ ਅਨਰੈਸਟ ਚੱਲ ਰਿਹਾ ਹੈ, ਅਸੀਂ ਉਹਦੇ ਖਿਲਾਫ ਆ। ਸਭ ਤੋਂ ਪਹਿਲਾਂ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਨੇ ਬੋਲਿਆ ਕਿ ਐਗਰੀਕਲਚਰ ਸਾਡਾ ਸਬਜੈਕਟ ਹੈ। ਠੀਕ ਹੈ, ਯੂ ਆਰ ਮੇਕਿੰਗ ਪਾਲਿਸੀਜ਼ ਔਨ ਐਗਰੀਕਲਚਰ ਵਿਦਆਊਟ ਕੰਸਲਟਿੰਗ ਦ ਸਟੇਟਸ। ਇਹਦੇ ਦੋ ਨੇ, ਕੁਝ ਉਹਨਾਂ ਦੇ ਵੈਲਿਡ ਰੀਜ਼ਨ ਨੇ, ਕੁਝ obviously ਸਟੇਟ ਦੇ ਵਿੱਚ ਸਰਕਾਰ ਕਾਂਗਰਸ ਦੀ ਹੈ, ਸੈਂਟਰ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕਿਹਦੀ ਹੈ? BJP ਦੀ। obviously they are going to be opposing all the policies which are made by the opposing party। ठीक है, ਇਹਦੇ ਡਿਟੇਲਸ ਕੀ ਹੈ ਉਹ ਤੁਸੀਂ ਉਸ ਵੀਡੀਓ ਵਿੱਚ ਦੇਖ ਲਓ, ਕਿ ਬਾਕੀ ਡਿਟੇਲਡ PDF ਹੈ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ। Essential Commodities Act is very important that you need to study। ਠੀਕ ਹੈ, ਉਹ ਸਰ ਨੇ ਕਵਰ ਕੀਤਾ ਹੋਇਆ ਹੈ। ਉਸ ਤੋਂ ਬਾਅਦ ਇੱਕ ਉਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇਹ ਹੈ, ਤੁਸੀਂ ਯਾਦ ਰੱਖਣਾ ਹੈ ਦਲਵਈ ਕਮੇਟੀ ਦਾ। ਠੀਕ ਹੈ, ਐਗਰੀਕਲਚਰ ਜਦ ਵੀ ਪੜ੍ਹਨਾ ਹੈ, ਇੱਕ ਨਾ ਤੁਸੀਂ ਬਾਰ-ਬਾਰ ਸੁਣਦੇ ਹੋ ਅਸੀਂ ਫਾਰਮਰ ਦੀ ਇਨਕਮ ਨੂੰ ਡਬਲ ਕਰਨਾ ਹੈ, ਅਸੀਂ ਫਾਰਮਰ ਦੀ ਇਨਕਮ ਨੂੰ ਡਬਲ ਕਰਨਾ ਹੈ ਬਾਈ 2022। 2022 ਇੰਨਾ ਕਿਉਂ ਇੰਪੋਰਟੈਂਟ ਹੈ? ਇੰਡੀਆ ਨੂੰ ਆਜ਼ਾਦ ਹੋਏ 75 ਸਾਲ ਹੋ ਜਾਣੇ ਨੇ, ਤਦ ਤੱਕ ਅਸੀਂ ਆਪਣੇ ਟਾਰਗੇਟ ਸੈੱਟ ਕੀਤੇ ਹੋਏ ਨੇ, ਤਾਂ 2022 ਤੱਕ ਅਸੀਂ ਡਬਲ ਕਰਨੀ ਹੈ ਫਾਰਮਰ ਇਨਕਮ। ਕਿਵੇਂ ਡਬਲ ਕਰਨੀ ਹੈ? ਉਹਦੇ ਲਈ ਗਵਰਨਮੈਂਟ ਨੇ ਕਮੇਟੀ ਬਿਠਾਈ ਸੀ, ਦਲਵਈ ਕਮੇਟੀ। ਉਹਦੀਆਂ ਹੀ ਕੁਝ ਰეკਮੈਂਡੇਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਆਰਡੀਨੈਂਸ ਲੈ ਕੇ ਆਏ ਸੀਗੇ। ਮੋਦੀ ਗਵਰਨਮੈਂਟ ਨੇ ਬਹੁਤ ਮੇਜਰ ਐਗਰੀਕਲਚਰ ਰਿਫਾਰਮਸ ਕੀਤੇ ਹੋਏ ਸੀ। ਹੁਣ ਤੱਕ ਕੀ ਸੀਗਾ? MSP ਤੇ ਸਮਾਨ ਵੇਚਣਾ ਹੈ। ਠੀਕ ਹੈ, APMCs ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸਮਾਨ ਉਹਦੇ ਥਰੂ ਤੁਸੀਂ ਵੇਚਣਾ ਹੈ। ਫਾਰਮਰ ਦੇ ਕੋਲ ਆਜ਼ਾਦੀ ਨਹੀਂ ਸੀਗੀ ਆਪਣਾ ਹੀ ਸਮਾਨ ਵੇਚਣ ਦੀ। ਠੀਕ ਹੈ, ਉਹਦੇ ਲਈ ਹੁਣ ਅਸੀਂ ਰਿਫਾਰਮ ਲੈ ਕੇ ਆਏ ਆ। ਹੁਣ ਫਾਰਮਰ ਦੀ ਮਰਜ਼ੀ ਹੈ, ਉਹ APMC ਦੇ ਥਰੂ ਵੇਚਣਾ ਚਾਹੁੰਦਾ ਹੈ, ਸਟੇਟ ਦੇ ਵਿੱਚ ਉਹਦੀ ਮਰਜ਼ੀ ਹੈ, ਦੂਜੀ ਸਟੇਟਸ ਵਿੱਚ ਜਾ ਕੇ ਵੇਚਣਾ ਚਾਹੁੰਦਾ ਹੈ, ਇਹ ਵੀ ਫਾਰਮਰ ਦੀ ਮਰਜ਼ੀ ਹੈ। ਇਹ ਹੁਣ ਉਹਨੂੰ ਮਿਲੀ ਹੈ ਪਰਮਿਸ਼ਨ ਥਰੂ ਦੀ ਆਰਡੀਨੈਂਸਸ which have been brought up by the ਮੋਦੀ ਗਵਰਨਮੈਂਟ। ਠੀਕ ਹੈ, ਉਸ ਤੋਂ ਪਹਿਲਾਂ ਕੀ ਹੁੰਦਾ ਸੀਗਾ?
ਇੰਡੀਆ ਦੇ ਵਿੱਚ ਫੂਡ ਸਿਕਿਉਰਿਟੀ ਨਹੀਂ ਹੁੰਦੀ ਸੀਗੀ। ਹੁਣ ਪਹਿਲਾਂ ਕੀ ਕਰਦੇ ਸੀਗੇ, ਸਾਰਾ ਸਮਾਨ ਇਕੱਠਾ ਕਰ ਲਿਆ, ਠੀਕ ਹੈ, ਤੇ ਵੇਚ ਨਹੀਂ ਰਹੇ ਸਮਾਨ ਦੀ, ਜਦ ਲੋਕਾਂ ਨੂੰ ਦੱਸਦਾ ਕਿ ਹੈ ਨਹੀਂ ਰਾਸ਼ਨ ਤਾਂ ਹੈ ਨਹੀਂ, ਠੀਕ ਹੈ, ਤੇ ਹੋਰਡਿੰਗ ਦਾ ਕਲਚਰ ਸੀਗਾ, ਉਹ ਕਲਚਰ ਨੂੰ ਰੋਕਣ ਲਈ ਕਿ ਹੋਰਡ ਨਾ ਕਰ ਸਕਣ ਜਿਹੜੇ ਦੁਕਾਨਦਾਰ ਹੈ, ਠੀਕ ਹੈ, ਤਾਂ ਕਰਕੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਆਇਆ ਸੀਗਾ ਕਿ ਹੋਰਡਿੰਗ ਅਲਾਉਡ ਨਹੀਂ ਸੀਗੀ, ਇੱਕ ਸਰਟਨ ਲਿਮਿਟ ਤੋਂ ਉੱਪਰ ਤੁਹਾਨੂੰ ਜਿਹੜਾ ਸਮਾਨ ਹੈ ਉਹ ਆਪਣੇ ਕੋਲ ਰੱਖਣਾ ਅਲਾਉਡ ਹੀ ਨਹੀਂ ਸੀਗਾ। ਲੇਕਿਨ ਤਦ ਉਹ ਟਾਈਮ ਦੀ ਲੋੜ ਸੀਗੀ ਸਾਨੂੰ ਕਿ ਹੋਰਡਿੰਗ ਨੂੰ ਰੋਕਣਾ। ਹੁਣ ਤਾਂ ਅਸੀਂ ਐਕਸਟਰਾ ਸਰਪਲਸ ਪ੍ਰੋਡਿਊਸ ਕਰ ਰਹੇ ਹਾਂ, ਅਸੀਂ ਹੁਣ ਵੀ ਸਰਪਲਸ ਪ੍ਰੋਡਿਊਸ ਕਰ ਰਹੇ ਹਾਂ, ਤਾਂ ਵੀ ਅੰਡਰ ਐਸੈਂਸ਼ੀਅਲ ਕਮੋਡਿਟੀਜ਼ ਐਕਟ देयर वर सर्टेन ਕਮੋਡਿਟੀਜ਼ ਵਿਚ ਵਰ ਪੈਰਿਸ਼ੇਬਲ ਇਨ ਨੇਚਰ। ਸਟਿਲ ਜਿਹੜੇ ਫਾਰਮਰ ਨੇ ਉਹ ਵੇਚਦੇ ਸੀਗੇ, ਤੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਜਿਹੜੇ ਲੋਕ ਨੇ ਉਹ ਆਪਣੇ ਕੋਲ ਹੋਲਡ ਨਹੀਂ ਕਰ ਸਕਦੇ, ਆਪਣੇ ਕੋਲ ਸਟੋਰ ਨਹੀਂ ਕਰ ਸਕਦੇ ਸੀਗੇ, ਕਿਉਂਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ ਉਹਨੂੰ ਰੋਕ ਰਿਹਾ ਸੀਗਾ। ਹੁਣ ਥਰੂ ਦਿਸ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵਿੱਚ ਚੇਂਜਸ ਲੈ ਕੇ ਆਏ ਆ ਕਿ ਹੁਣ ਜਿਹੜੀ ਇਹ ਲਿਮਿਟੇਸ਼ਨਸ ਨੇ ਹਟਾ ਦਿੱਤੇ ਗਏ ਨੇ, ਜਦ ਤੱਕ ਕਿ ਕੋਈ ਐਮਰਜੈਂਸੀ ਸਿਚੁਏਸ਼ਨ ਨਹੀਂ ਹੈ ਸਟੋਰਿੰਗ ਕੀਤੀ ਜਾ ਸਕਦੀ ਹੈ। ਕਿਉਂਕਿ ਹੁਣ ਜੇ ਅਸੀਂ, ਸਾਡਾ ਦੇਸ਼ 100 ਮਿਲੀਅਨ ਟਨ ਕੰਜ਼ਿਊਮ ਕਰਦਾ ਹੈ, ਅਸੀਂ 150 ਮਿਲੀਅਨ ਟਨ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਸਾਰਾ ਦਾ ਸਾਰਾ ਐਕਸਪੋਰਟ ਵੀ ਨਹੀਂ ਕਰ ਪਾ ਰਹੇ ਅਸੀਂ, ਠੀਕ ਹੈ। ਤਾਂ ਸਟੋਰੇਜ ਦੀ ਜਿਹੜੀ ਹੁਣ ਫੈਸਿਲਿਟੀ ਹੈ ਉਹ ਪ੍ਰੋਵਾਈਡ ਕਰ ਦਿੱਤੀ ਗਈ ਹੈ। ਪ੍ਰਾਈਵੇਟ ਜਿਹੜੀ ਇਨਵੈਸਟਮੈਂਟ ਹੈ ਹੁਣ ਵਧੇਗੀ, ਜਿਹੜਾ ਅਨਾਜ ਇੰਨਾ ਸੜ ਕੇ ਵੇਸਟ ਹੁੰਦਾ ਹੈ ਉਹ ਹੁਣ ਨਹੀਂ ਹੋਏਗਾ, ਕਿਉਂਕਿ ਸਟੋਰੇਜ ਹੁਣ ਅਸੀਂ ਕਰ ਪਾਵਾਂਗੇ, ਐਕਸਪੋਰਟ ਅਸੀਂ ਕਰ ਪਾਵਾਂਗੇ, ਠੀਕ ਹੈ। ਤੇ ਡਿਟੇਲ ਜਿਹੜੀ ਹੈ ਤੁਸੀਂ ਵੀਡੀਓ ਵਿੱਚ ਦੇਖੋਗੇ, ਨੋਟਸ ਜਿਹੜੇ ਨੇ ਮੈਂ ਤੁਹਾਨੂੰ ਪੀਡੀਐਫ ਦੇ ਵਿੱਚ ਪ੍ਰੋਵਾਈਡ ਕਰ ਦੂੰਗੀ। ਕਿਸੇ ਬੱਚੇ ਨੂੰ ਕੋਈ ਵੀ ਇਸ਼ੂ ਹੈ, you can mail me at megharmis@gmail.com. Thank you so much.